ਉਤਪਤ ਦੇ ਵਿੱਚ ਦੇਖਦੇ ਹਾਂ ਤਾਂ ਜਿਹੜਾ chaos ਦਾ ਸਮਾਂ ਆ, ਜਿਸ ਵੇਲੇ ਧਰਤੀ ਉੱਤੇ ਹਨੇਰਾ ਆ ਔਰ ਹਰ ਪਾਸੇ ਹਨੇਰਾ ਹੀ ਹਨੇਰਾ, ਹੋਰ ਕੁਛ ਨਹੀਂ, chaos ਜਿਸਨੂੰ ਕਿਹਾ ਜਾਂਦਾ। ਉਹ ਸਮਾਂ ਕਿੰਨਾ ਲੰਬਾ ਹੈ? ਇਟ ਕੈਨ ਬੀ, ਤੁਸੀਂ ਮਿਲੀਅਨ ਬਿਲੀਅਨ ਈਅਰਸ ਜੋ ਵੀ ਅਸੀਂ ਕਹਿਣਾ ਮੰਗਦੇ ਕਹਿ ਸਕਦੇ। ਲੇਕਿਨ ਜਿਸ ਵੇਲੇ ਪ੍ਰਭੂ ਨੇ ਧਰਤੀ ਦੀ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਉਸ ਸਮੇਂ ਤੋਂ ਸਾਡੇ ਕੋਲ ਸਮਾਂ ਹੈਗਾ ਹੈ। ਇਹ ਸਾਰੀਆਂ ਚੀਜ਼ਾਂ ਦਾ ਸਮਾਂ ਸਾਨੂੰ ਇਸ ਤਰ੍ਹਾਂ ਮਿਲਦਾ ਆ ਕਿਉਂਕਿ ਸਾਨੂੰ ਉਹਨਾਂ ਬਜ਼ੁਰਗਾਂ ਦੀਆਂ ਉਮਰਾਂ ਦੱਸੀਆਂ ਗਈਆਂ। ਸੋ ਅਸੀਂ ਪ੍ਰਸਾਈਜ਼, ਅਸੀਂ ਇਹ ਨਹੀਂ ਕਹਿੰਦੇ ਕਿ ਜੀ ਪੁਰਾਣਿਆਂ ਸਮਿਆਂ ਦੇ ਵਿੱਚ ਲੋਕਾਂ ਦੀਆਂ ਉਮਰਾਂ ਬਹੁਤ ਲੰਬੀਆਂ ਹੁੰਦੀਆਂ ਸੀ। ਤਰਨਜੀਤ ਨੇ ਮੈਨੂੰ ਇਹ ਚੀਜ਼ ਨੋਟ ਕਰਾਈ ਸੀ ਕਿ ਪੁਰਾਣੇ ਸਮੇਂ ਦੇ ਵਿੱਚ ਲੋਕਾਂ ਦੀਆਂ ਉਮਰਾਂ ਬੜੀਆਂ ਲੰਬੀਆਂ ਹੁੰਦੀਆਂ ਸੀ, ਲੇਕਿਨ ਬਾਈਬਲ ਦੇ ਵਿੱਚ ਇਹ ਦੱਸਿਆ ਗਿਆ ਕਿ ਆਦਮ ਦੀ ਉਮਰ ਕਿੰਨੀ ਸੀ ਜਦੋਂ ਉਸਦੇ ਘਰ ਪੁੱਤਰ ਪੈਦਾ ਹੋਇਆ, ਔਰ ਆਦਮ ਕਿੰਨੇ ਸਾਲ ਜੀਆ ਔਰ ਫਿਰ ਉਹ ਮਰਿਆ। ਔਰ ਇਸੇ ਤਰ੍ਹਾਂ ਉਸਦਾ ਪੁੱਤਰ ਜਿਹੜਾ ਸੈਥ ਸੀ, ਉਹਦੀ ਉਮਰ ਕਿੰਨੀ ਸੀ ਜਦ ਉਹਦੇ ਘਰ ਬੇਟੇ ਨੇ ਜਨਮ ਲਿਆ, ਔਰ ਉਹ ਕਿੰਨੇ ਸਾਲ ਜੀਆ। ਅਸੀਂ ਉਹਦੇ ਤੋਂ ਵਚਨ ਦੇ ਵਿੱਚ ਸਾਡੇ ਸਮੇਂ ਦਾ ਜਿਹੜਾ ਹਿਸਾਬ ਆ ਉਹ ਰੱਖ ਸਕਦੇ ਹਾਂ। ਇਟਸ ਅ ਵੈਰੀ ਪ੍ਰੀਸਾਈਜ਼। ਹਾਂ, ਇਹ ਹੋ ਸਕਦਾ ਕਿ 50 ਸਾਲ ਇੱਧਰ ਉੱਧਰ ਅਸੀਂ ਜ਼ਰੂਰ ਹੋ ਸਕਦੇ ਹਾਂ, ਲੇਕਿਨ ਇਟਸ ਅ ਵੈਰੀ ਪ੍ਰੀਸਾਈਜ਼। ਉਹਨਾਂ ਉਮਰਾਂ ਨੇ ਸਾਨੂੰ ਸਾਰਾ ਕੁਝ ਦੇ ਦਿੱਤਾ। ਗਾਂਹ ਜਾ ਕੇ ਵੀ ਸਭ ਬਜ਼ੁਰਗਾਂ ਦੀਆਂ ਉਮਰਾਂ ਦੱਸੀ, ਜਿਸ ਦੇ ਨਾਲ ਅਸੀਂ ਪ੍ਰਭੂ ਦੇ ਵਚਨ ਨੂੰ ਜਿਸਲੇ ਦੇਖਦੇ ਹਾਂ ਤੇ ਅਸੀਂ ਪ੍ਰਭੂ ਦੇ ਵਚਨ ਨੂੰ ਇਸ ਤਰ੍ਹਾਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਇਹ ਇੱਕ ਇਤਿਹਾਸਕ ਸੱਚਾਈ ਦੇ ਅਨੁਸਾਰ ਅਸੀਂ ਦੇਖਦੇ ਹਾਂ। ਸੋ ਅਸੀਂ ਥੋੜਾ ਜਿਹਾ ਆਪਣੀ ਬਾਈਬਲ ਦੇ ਵਿੱਚ ਟਾਈਮਲਾਈਨ ਲੈ ਕੇ ਆਵਾਂਗੇ। ਸੋ ਮੇਰੇ ਨਾਲ ਪ੍ਰਭੂ ਦੇ ਵਚਨ ਦੇ ਵਿੱਚ ਆ ਜਾਓ। ਅਸੀਂ ਜਿਸ ਵੇਲੇ ਸਾਡੀ ਸਾਰੀ ਰਚਨਾ ਸ਼ੁਰੂ ਹੁੰਦੀ ਹੈਗੀ ਆ, ਸੋ ਅਸੀਂ ਜਿਹੜੀ ਤੀਸਰੀ ਆਇਤ ਆ ਉੱਥੇ ਅਸੀਂ ਲਿਖ ਸਕਦੇ ਹਾਂ 3975 BC। ਪਹਿਲਾ ਭਾਵ ਉਸਦੀ ਜਿਹੜੀ ਤੀਸਰੀ ਆਇਤ ਆ ਉਹ 3975 BC। ਸੌਰੀ ਪਾਸਟਰ, ਚੈਪਟਰ 3 ਦੀ ਗੱਲ ਕਰਦੇ ਪਏ ਆਪਾਂ ਨਾ? ਜੀ ਮੈਂ ਪਹਿਲੇ ਚੈਪਟਰ ਦੀ ਗੱਲ ਕਰਦਾ ਪਿਆ, ਤੀਸਰੀ ਆਇਤ ਦੀ। ਤੀਸਰੀ ਆਇਤ, ਓਕੇ, ਠੀਕ ਹੈ, ਥੈਂਕ ਯੂ। ਯਾ, ਸੋ ਉਹ ਜਿਹੜਾ ਸਮਾਂ ਆ ਉਹ 3975 BC। ਲੇਕਿਨ ਜਿਸ ਵੇਲੇ ਅਸੀਂ ਆਦਮ ਦਾ ਜਨਮ ਦੇਖਦੇ ਪਏ ਹਾਂ, ਅਸੀਂ 7ਵੀਂ ਆਇਤ, ਦੂਜਾ ਭਾਵ 7ਵੀਂ ਆਇਤ ਦੇ ਵਿੱਚ ਆ ਜਾਂਦੇ ਹਾਂ। ਸੋ ਦੈਟ ਇਜ਼, ਉੱਥੇ ਵੀ ਜਿਹੜਾ ਸਮਾਂ ਆ ਉਹ 3975 BC ਹੀ ਆਉਂਦਾ, ਬਿਫੋਰ ਕ੍ਰਾਈਸਟ, ਮਸੀਹ ਦੇ ਆਉਣ ਤੋਂ ਪਹਿਲਾਂ। ਔਰ ਉਹਦੇ ਵਿੱਚ ਜਿਹੜਾ ਹੁਣ ਦੇ ਜਿਹੜੇ ਅਸੀਂ ਇਸ ਵੇਲੇ 2021 ਦੇ ਵਿੱਚ ਜੀ ਰਹੇ ਹਾਂ, ਸੋ ਉਸ ਨੂੰ ਅਸੀਂ ਜੋੜ ਸਕਦੇ ਹਾਂ। ਸੋ ਉੱਥੋਂ ਸਾਨੂੰ ਪਤਾ ਲੱਗਦਾ ਕਿ ਕਿੰਨਾ ਸਮਾਂ ਪਹਿਲਾਂ ਆਦਮ ਹੋਇਆ ਸੀ। ਔਰ ਜਿਸ ਵੇਲੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਅੱਗੇ ਜਾਂਦੇ ਹਾਂ, ਹੁਣ ਅਸੀਂ ਪਹੁੰਚ ਚੁੱਕੇ ਹਾਂ ਤੀਸਰੇ ਚੈਪਟਰ ਦੇ ਵਿੱਚ, ਔਰ ਇੱਥੇ 3972 BC ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ। 3972 BC ਦੇ ਵਿੱਚ, ਔਰ ਪ੍ਰਭੂ ਨੇ ਆਦਮ ਨੂੰ ਪੂਰਾ ਸਮਾਂ ਦਿੱਤਾ। ਪੂਰਾ ਸਮਾਂ ਉਸਨੇ ਇਹ ਸਾਰੀਆਂ ਚੀਜ਼ਾਂ ਜੋ ਪ੍ਰਭੂ ਨੇ ਉਸ ਨੂੰ ਦਿੱਤੀਆਂ, ਜੋ ਪ੍ਰਭੂ ਨੇ ਉਸ ਨੂੰ ਸਿਖਾਇਆ। ਹਾਂ, ਬਸ ਇੱਕ ਆਇਤ ਜ਼ਰੂਰ ਆਉਂਦੀ ਆ ਕਿ ਪ੍ਰਭੂ ਨੇ ਉਸ ਨੂੰ ਕਿਹਾ ਕਿ ਤੂੰ ਇਸ ਦਾ ਫਲ ਨਾ ਖਾਈ, ਜੇ ਤੂੰ ਖਾਏਂਗਾ ਤੇ ਤੂੰ ਮਰ ਜਾਏਂਗਾ। ਲੇਕਿਨ ਅਗਰ ਅਸੀਂ ਪ੍ਰਭੂ ਯਿਸੂ ਮਸੀਹ ਦੇ ਵੱਲ ਨੂੰ ਦੇਖੀਏ, ਜਿਸ ਵੇਲੇ ਉਹ ਸਾਨੂੰ ਸਿੱਖਿਆ ਦੇ ਰਹੇ ਆ, ਅਗਰ ਉਹ ਕਿੱਦਾਂ ਕੱਲੀ ਕੱਲੀ ਚੀਜ਼ ਸਾਨੂੰ ਸਮਝਾ ਰਹੇ ਆ,
ਜਿਹੜੀਆਂ ਚੀਜ਼ਾਂ ਸਾਨੂੰ ਸਾਡੀਆਂ ਸਮਝ ਦੇ ਵਿੱਚ ਨਹੀਂ ਆਉਂਦੀਆਂ ਤੇ ਪ੍ਰਭੂ ਯਿਸੂ ਮਸੀਹ ਛੋਟੀਆਂ ਐਗਜ਼ਾਮਪਲਸ ਦੇ ਕੇ ਸਾਨੂੰ ਉਹ ਵਚਨ ਦੇ ਹਿੱਸੇ ਸਮਝਾ ਰਹੇ ਆ ਕਿ ਇੱਕ ਕਿਸਾਨ ਛੱਟਾ ਦੇਣ ਗਿਆ, ਕੁਛ ਬੀਜ ਸੜਕ ਤੇ ਡਿੱਗ ਗਿਆ, ਕੁਛ ਬੀਜ ਜਿਹੜਾ ਸੀ ਉਹ ਝਾੜੀਆਂ ਦੇ ਵਿੱਚ ਡਿੱਗ ਗਿਆ, ਕੁਛ ਜਿਹੜਾ ਬੀਜ ਸੀਗਾ ਉਹ ਪੱਥਰਾਂ ਦੇ ਵਿੱਚ ਡਿੱਗ ਗਿਆ ਤੇ ਕੁਛ ਚੰਗੀ ਧਰਤੀ ਦੇ ਉੱਤੇ ਡਿੱਗਿਆ। ਨਿੱਕੀਆਂ ਐਗਜ਼ਾਮਪਲਾਂ ਦੇ ਕੇ ਪ੍ਰਭੂ ਸਾਨੂੰ ਸਮਝਾਉਂਦੇ ਪਏ ਆ। ਸੋ ਪ੍ਰਭੂ ਨੇ ਇਸ ਨੂੰ ਆਪਣੇ ਇਸ ਬੰਦੇ ਨੂੰ ਚੰਗੀ ਤਰ੍ਹਾਂ ਹਰ ਇੱਕ ਚੀਜ਼ ਪਹਿਲੇ ਆਦਮ ਨੂੰ ਸਮਝਾਈ ਆ ਕਿ ਇਸ ਦੇ ਨਫੇ ਕੀ ਆ, ਇਸ ਦੇ ਨੁਕਸਾਨ ਕੀ ਆ। ਜੇ ਤੂੰ ਕਰੇਗਾ ਤੇ ਤੈਨੂੰ ਬਰਕਤ ਕੀ ਮਿਲੇਗੀ। ਜੇ ਤੂੰ ਇਸ ਤੋਂ ਸਲਿਪ ਹੋਏਗਾ ਤੇ ਇਹ ਨਹੀਂ ਹੈਗਾ ਕਿ ਤੂੰ ਮਰ ਜਾਏਗਾ ਬਸ ਫਟਾਫਟ। ਪ੍ਰਭੂ ਨੇ ਇਹ ਦੱਸ ਦਿੱਤਾ ਇਹ ਮੌਤ ਕਿੱਦਾਂ ਦੀ ਹੋਏਗੀ। ਪ੍ਰਭੂ ਨੇ ਉਸਨੂੰ ਸਾਰੀ ਸਿੱਖਿਆ ਦਿੱਤੀ। ਸੋ ਜਿਸ ਲਈ ਹੁਣ ਉਸਨੇ ਪਾਪ ਦੇ ਵਿੱਚ ਡਿੱਗਣਾ ਆ, ਉਸਨੇ ਜਾਣ ਬੁੱਝ ਕੇ ਡਿੱਗਣਾ ਆ। ਔਰ ਉਹ ਵੀ ਅਸੀਂ ਪ੍ਰਭੂ ਦਾ ਵਚਨ ਦਾ ਹਿੱਸਾ ਦੇਖਾਂਗੇ ਬੜੇ ਧਿਆਨ ਦੇ ਨਾਲ। ਤੀਸਰੇ ਚੈਪਟਰ ਨੂੰ ਪੜਾਂਗੇ ਔਰ ਤੀਸਰੇ ਚੈਪਟਰ ਨੂੰ ਜਿਸ ਲਈ ਅਸੀਂ ਪੜਾਂਗੇ ਉੱਥੋਂ ਬੜੀ ਕਲੀਅਰਲੀ ਸਾਨੂੰ ਇਹ ਚੀਜ਼ ਸਾਡੇ ਸਮਝ ਦੇ ਵਿੱਚ ਆਏਗੀ ਕਿ ਉਹਨਾਂ ਨੇ ਸੱਚਮੁੱਚ ਜਾਣ ਬੁੱਝ ਕੇ ਜੋ ਵੀ ਕੀਤਾ ਜਾਣ ਬੁੱਝ ਕੇ ਕੀਤਾ। ਇੱਕ ਉਹਨਾਂ ਦੀ ਸਕੀਮ ਸੀਗੀ ਜਿਹੜੀ ਉਹਨਾਂ ਨੇ ਬਣਾਈ ਹੋਈ ਸੀਗੀ ਔਰ ਉਹਦੇ ਅਨੁਸਾਰ ਉਹਨਾਂ ਨੇ ਜਾਣ ਬੁੱਝ ਕੇ ਉਹ ਪਾਪ ਕੀਤਾ। ਉਹ ਕੋਈ ਸਲਿਪ ਨਹੀਂ ਸੀਗਾ। They wanted that. So ਅਸੀਂ ਹੁਣ ਜਿਸ ਲਈ ਤੀਸਰੇ ਚੈਪਟਰ ਦੇ ਵਿੱਚ ਆ ਗਏ ਆ ਤੇ ਇਸ ਵੇਲੇ ਜਿਹੜੀ ਟਾਈਮ ਲਾਈਨ ਆ ਉਹ ਹੀ ਚੱਲਦੀ ਪਈ ਆ। 3971 ਦੇ ਕਰੀਬ ਦੀ ਟਾਈਮ ਲਾਈਨ ਇੱਥੇ ਚੱਲਦੀ ਪਈ ਆ। ਔਰ ਇੱਥੇ ਪ੍ਰਭੂ ਨੇ ਜਿਹੜਾ ਉਸ ਨੂੰ ਕਿਹਾ ਮੇਰੇ ਨਾਲ। ਇੱਥੇ ਦੋ ਹਿੱਸੇ ਹੋਰ ਲਿਖ ਲਓ, ਇੱਕ ਨੂੰ ਅਸੀਂ ਪੜਾਂਗੇ ਪਰ ਇੱਕ ਨੂੰ ਨਹੀਂ ਅਸੀਂ ਪੜਾਂਗੇ। ਯਸਾਇਆ ਨਬੀ ਦਾ 14ਵਾਂ ਭਾਗ ਉਸ ਦੀ 12 ਤੋਂ 17 ਆਇਤ। ਔਰ ਅਜ਼ੀਕੀਅਲ ਦਾ 28ਵਾਂ ਭਾਗ ਉਸ ਦੀ 13 ਆਇਤ ਤੋਂ ਲੈ ਕੇ ਉਸ ਦੀ 18 ਆਇਤ ਤੱਕ। ਇਹ ਦੋ ਹਿੱਸੇ ਇੱਥੇ ਲਿਖ ਲਓ। ਅਸੀਂ ਆਓ ਤੀਸਰਾ ਚੈਪਟਰ ਔਰ ਉਸ ਦੀਆਂ ਪਹਿਲੀਆਂ 7 ਆਇਤਾਂ ਜਿਸ ਨੂੰ ਮਿਲ ਜਾਣ ਉਹ ਪੜ੍ਹਦਾ ਹੈ। ਮੈਂ ਪੜ੍ਹਦੇ ਹਾਂ ਪਾਸਟਰ ਜੀ। ਹਾਂਜੀ ਸਾਰਿਆਂ ਨੂੰ ਜੈ ਮਸੀਹ ਦੀ। ਸਫਾ 4 ਪੁਰਾਣੇ ਨੇਮ ਦਾ। ਮਨੁੱਖ ਦਾ ਪਾਪ ਵਿੱਚ ਡਿੱਗਣਾ। ਪ੍ਰਭੂ ਪਰਮੇਸ਼ਰ ਦੇ ਬਣਾਏ ਜੰਗਲੀ ਪ੍ਰਾਣੀਆਂ ਵਿੱਚ ਸੱਪ ਸਭ ਤੋਂ ਵੱਧ ਚਲਾਕ ਸੀ। ਸੱਪ ਨੇ ਔਰਤ ਨੂੰ ਕਿਹਾ ਕਿ ਇਹ ਸੱਚ ਹੈ ਕਿ ਪਰਮੇਸ਼ਰ ਨੇ ਤੁਹਾਨੂੰ ਬਾਗ ਦੇ ਕਿਸੇ ਰੁੱਖ ਦਾ ਫਲ ਖਾਣ ਤੋਂ ਮਨਾ ਕੀਤਾ ਹੈ। ਔਰਤ ਨੇ ਸੱਪ ਨੂੰ ਉੱਤਰ ਦਿੱਤਾ, ਬਾਗ ਦੇ ਕਿਸੇ ਵੀ ਰੁੱਖ ਦਾ ਫਲ ਖਾਣ ਦੀ ਸਾਨੂੰ ਖੁੱਲੀ ਛੁੱਟੀ ਹੈ, ਪਰ ਜੋ ਰੁੱਖ ਬਾਗ ਦੇ ਵਿਚਕਾਰ ਹੈ ਉਸ ਦਾ ਫਲ ਖਾਣ ਤੋਂ ਸਾਨੂੰ ਮਨਾ ਕੀਤਾ ਗਿਆ ਹੈ। ਇੱਥੋਂ ਤੱਕ ਕਿ ਉਸ ਨੂੰ ਅਸੀਂ ਛੂਹ ਵੀ ਨਹੀਂ ਸਕਦੇ ਕਿ ਕਿਤੇ ਅਸੀਂ ਮਰ ਨਾ ਜਾਈਏ। ਸੱਪ ਨੇ ਔਰਤ ਨੂੰ ਕਿਹਾ, ਨਹੀਂ, ਤੁਸੀਂ ਬਿਲਕੁਲ ਨਹੀਂ ਮਰੋਗੇ। ਸਗੋਂ ਪਰਮੇਸ਼ਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਰੁੱਖ ਦਾ ਫਲ ਖਾਓਗੇ ਤਾਂ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ਰ ਵਾਂਗੂ ਬੁਰੇ ਤੇ ਭਲੇ ਨੂੰ ਜਾਣਨ ਲੱਗੋਗੇ। ਔਰਤ ਨੇ ਦੇਖਿਆ ਕਿ ਉਹ ਰੁੱਖ ਸੱਚਮੁੱਚ ਖਾਣ ਦੇ ਲਈ ਚੰਗਾ, ਦੇਖਣ ਵਿੱਚ ਸੁੰਦਰ ਅਤੇ ਮਨੁੱਖ ਨੂੰ ਬੁੱਧੀਮਾਨ ਬਣਾ ਸਕਦਾ ਹੈ। ਇਸ ਲਈ ਉਸਨੇ ਉਸ ਰੁੱਖ ਦਾ ਫਲ ਤੋੜ ਕੇ ਕੁਝ ਆਪ ਖਾਧਾ ਅਤੇ ਕੁਝ ਆਪਣੇ ਪਤੀ ਨੂੰ ਦਿੱਤਾ। ਉਸਦੇ ਪਤੀ ਨੇ ਉਹ ਫਲ ਉਸ ਤੋਂ ਲੈ ਕੇ ਖਾ ਲਿਆ। ਇਹ ਕਰਨ ਤੇ ਉਹਨਾਂ ਦੋਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹ ਜਾਣ ਗਏ ਕਿ ਉਹ ਨੰਗੇ ਹਨ। ਇਸ ਲਈ ਉਹਨਾਂ ਨੇ ਅੰਜੀਰ ਦੇ ਪੱਤਿਆਂ ਨੂੰ ਜੋੜ ਕੇ ਆਪਣੇ ਲਈ ਲੰਗੋਟ ਬਣਾਏ। ਪੜ੍ਹੇ ਸੁਣੇ ਜਾਣ ਤੇ ਸ਼ੀਸ਼ ਬਰਕਤ ਮਿਲੇ। ਸੋ ਅਗਰ ਜਿਸ ਲਈ ਅਸੀਂ ਪਹਿਲੀ ਆਇਤ ਦੇ ਵਿੱਚ ਆਉਂਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਪ੍ਰਭੂ ਪਰਮੇਸ਼ਰ ਦੇ ਬਣਾਏ ਜੰਗਲੀ ਪ੍ਰਾਣੀਆਂ ਦੇ ਵਿੱਚ ਸੱਪ ਸਭ ਤੋਂ ਵੱਧ ਚਲਾਕ ਸੀ। ਸੱਪ ਨੇ ਔਰਤ ਨੂੰ ਕਿਹਾ ਕਿ ਇਹ ਸੱਚ ਹੈ ਕਿ ਪਰਮੇਸ਼ਰ ਨੇ ਤੁਹਾਨੂੰ ਕਿਸੇ ਰੁੱਖ ਦਾ ਫਲ ਖਾਣ ਤੋਂ ਮਨਾ ਕੀਤਾ ਹੈ। ਸੋ ਕਿਸੇ ਨੇ ਜਿੱਦਾਂ ਇਹ ਕੁਐਸਚਨ ਕੀਤਾ ਸੀ ਵੀ ਭਾਈ ਕਿੱਦਾਂ ਦਾ ਫਲ ਸੀ, ਐਪਲ ਸੀ ਕਿ ਕੀ ਸੀ। ਡਸ ਨਾਟ ਮੈਟਰ। ਲੱਸੀ ਕੱਦੂ ਸੀਗਾ, ਰਾਈਟ।
ਕੀ ਫਰਕ ਪੈਂਦਾ? ਪ੍ਰਭੂ ਨੇ ਮਨਾਈ, ਜਿਹੜੀ ਚੀਜ਼ ਮਨਾ ਕੀਤੀ ਉਸਨੇ ਮਨਾ ਕੀਤੀ। ਦੇ ਵਿੱਚ ਦੇਖਦੇ ਹਾਂ ਕਿ ਪ੍ਰਭੂ ਪਰਮੇਸ਼ਰ ਦੇ ਬਣਾਏ ਜੰਗਲੀ ਜਾਨਵਰਾਂ ਦੇ ਵਿੱਚ ਸਭ ਤੋਂ ਵੱਧ ਚਲਾਕ ਸੀ। ਸੋ ਕਿਸ ਜਾਨਵਰ ਦੇ ਉੱਤੇ ਉਸਨੇ ਆਪਣਾ ਕਬਜ਼ਾ ਕੀਤਾ? ਇਹ ਨਹੀਂ ਕਿ ਸੱਪ ਸ਼ੈਤਾਨ ਆ, ਕਿਸ ਜਾਨਵਰ ਨੂੰ ਉਸਨੇ ਯੂਜ਼ ਕੀਤਾ? ਉਸਨੇ ਉਸ ਜਾਨਵਰ ਨੂੰ ਯੂਜ਼ ਕੀਤਾ ਜੋ ਸਲਿਪਰੀ ਆ, ਜੋ ਦੇਖਣ ਨੂੰ ਉਸ ਸਮੇਂ ਤਾਂ ਇੱਕ, ਅੱਜ ਅਸੀਂ ਉਸ ਨੂੰ ਦੇਖਦੇ ਹਾਂ ਕਿ ਸਾਡੇ ਨਾਲ ਉਹ ਸਾਡਾ ਵੈਰੀ ਆ, ਸਾਨੂੰ ਡੰਗ ਲਏਗਾ, ਲੇਕਿਨ ਉਹ ਸਮਾਂ ਵੱਖਰਾ ਸੀਗਾ। ਸੋ ਉਸਨੇ ਉਹਦੇ ਉੱਤੇ ਆਪਣਾ ਕਬਜ਼ਾ ਕੀਤਾ ਔਰ ਉਸਨੇ ਆ ਕੇ ਉਸਨੂੰ ਪੁੱਛਿਆ ਕਿ ਕੀ ਇਹ ਸੱਚ ਹੈ ਕਿ ਪਰਮੇਸ਼ਰ ਨੇ ਤੁਹਾਨੂੰ ਬਾਗ ਦੇ ਕਿਸੇ ਫਲ ਨੂੰ ਖਾਣ ਤੋਂ ਮਨਾ ਕੀਤਾ? ਔਰ ਅਗਰ ਅਸੀਂ ਦੇਖੋ ਧਿਆਨ ਦੇ ਨਾਲ ਹੁਣ ਉਸਦਾ ਜਵਾਬ ਸੁਣੋ। ਸਵਾਲ ਇਹ ਆ ਕਿ ਔਰਤ ਨੇ ਸੱਪ ਨੂੰ ਕਿਹਾ, ਬਾਗ ਦੇ ਵਿੱਚ ਕਿਸੇ ਵੀ ਰੁੱਖ ਦਾ ਫਲ ਖਾਣ ਦੀ ਸਾਨੂੰ ਖੁੱਲੀ ਛੁੱਟੀ ਹੈ, ਪਰ ਜੋ ਰੁੱਖ ਬਾਗ ਦੇ ਵਿਚਕਾਰ ਹੈ ਉਸ ਦਾ ਫਲ ਖਾਣ ਤੋਂ ਸਾਨੂੰ ਮਨਾ ਕੀਤਾ ਗਿਆ ਹੈ, ਇੱਥੋਂ ਤੱਕ ਕਿ ਅਸੀਂ ਛੂ ਵੀ ਨਹੀਂ ਸਕਦੇ, ਕਿਤੇ ਮਰ ਨਾ ਜਾਈਏ। ਸੋ ਜੋ ਕੁਛ ਪ੍ਰਭੂ ਨੇ ਦਿੱਤਾ ਉਹ ਫਟਾਫਟ ਇੱਕ ਲਾਈਨ ਦੇ ਵਿੱਚ ਕਹਿ ਦਿੱਤਾ। ਜਿਹੜੀ ਚੀਜ਼ ਦੀ ਮਨਾਹੀ ਕੀਤੀ ਆ ਉਸ ਨੂੰ ਦੇਖੋ ਕਿੱਦਾਂ ਉਸ ਨੂੰ ਵੱਡਾ ਬਣਾ ਕੇ ਪੇਸ਼ ਕੀਤਾ ਉਸਨੇ। ਔਰ ਉਸ ਦੇ ਵਿੱਚ ਇੱਕ ਐਸੀ ਚੀਜ਼ ਐਡ ਕੀਤੀ ਆ ਜਿਹੜੀ ਪ੍ਰਭੂ ਨੇ ਨਹੀਂ ਕਹੀ। ਪ੍ਰਭੂ ਨੇ ਉਸ ਨੂੰ ਛੂਹਣ ਦੇ ਲਈ ਨਹੀਂ ਮਨਾ ਕੀਤਾ ਹੈ ਉਹਨਾਂ ਨੂੰ। ਪ੍ਰਭੂ ਨੇ ਜਿਹੜੀ ਮਨਾਹੀ ਕੀਤੀ ਆ ਉਹ ਇਹ ਕੀਤੀ ਆ ਕਿ ਇਸ ਦਾ ਫਲ ਨਹੀਂ ਖਾਣਾ, ਔਰ ਜਿਸ ਦਿਨ ਤੂੰ ਇਸ ਦਾ ਫਲ ਖਾਏਗਾ ਮਰ ਜਾਏਗਾ। ਧਰਤੀ ਤੇ ਅੱਜ ਵੀ ਬਹੁਤ ਜ਼ਹਿਰੀਲੇ ਦਰਖਤ ਆ, ਸਾਨੂੰ ਮਨਾ ਕੀਤਾ ਜਾਂਦਾ ਕਿ ਇਸ ਨੂੰ ਨਹੀਂ ਖਾਣਾ ਹੈ, ਪੋਇਜ਼ਨ ਆਈਵੀ ਦੇ ਵਿੱਚ ਨਹੀਂ ਜਾਣਾ, ਖਾਜ ਹੋਊਗੀ। ਠੀਕ, ਸੋ ਪ੍ਰਭੂ ਨੇ ਕੁਝ ਸੋਚ ਸਮਝ ਕੇ ਮਨਾ ਕੀਤਾ ਹੋਏਗਾ, ਔਰ ਇਸ ਨੂੰ ਅਸੀਂ ਛੂ ਵੀ ਨਹੀਂ ਸਕਦੇ। ਪ੍ਰਭੂ ਦੇ ਸ਼ਬਦ ਦੇ ਵਿੱਚ ਜਿਸ ਵੇਲੇ ਵੀ ਅਸੀਂ ਐਡ ਕਰਦੇ ਹਾਂ, ਜਿਸ ਵੇਲੇ ਵੀ ਸਾਨੂੰ ਮਨਾ ਕੀਤਾ ਗਿਆ ਪ੍ਰਭੂ ਦੇ ਵਚਨ ਦੇ ਵਿੱਚ, ਇਸ ਦੇ ਵਿੱਚ ਨਾ ਜੋੜੋ ਨਾ ਘਟਾਓ। ਜਿਸ ਵੇਲੇ ਇਸ ਬਰਕਤ ਦੇ ਵਿੱਚ ਅਸੀਂ ਐਡ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਹਮੇਸ਼ਾ ਸਾਡੇ ਲਈ ਕੇਓਸ, ਹਮੇਸ਼ਾ ਸਾਡੇ ਲਈ ਮੁਸੀਬਤ ਲੈ ਕੇ ਆਉਂਦਾ। ਔਰ ਜਿਸ ਲਈ ਇੱਥੇ ਅਸੀਂ ਦੇਖਦੇ ਹਾਂ, ਉਸਨੇ ਕਿਹਾ ਅਸੀਂ ਇਸ ਨੂੰ ਛੂ ਵੀ ਨਹੀਂ ਸਕਦੇ, ਔਰ ਉੱਥੋਂ ਉਸਨੂੰ ਮੌਕਾ ਮਿਲ ਗਿਆ। ਹੁਣ ਉਸਨੂੰ ਮੌਕਾ ਮਿਲ ਗਿਆ, ਉਸਨੇ ਹੁਣ ਦੇਖ ਲਿਆ ਕਿ ਇਹਨਾਂ ਦਾ ਦਿਲ ਇਹਦੇ ਵਿੱਚ ਖੁੱਬਾ ਆ, ਇਹਨਾਂ ਦਾ ਦਿਲ ਇਹਦੇ ਵਿੱਚ ਲੱਗਾ ਆ, ਇਹ ਮਸਤ ਆ ਇਹਦੇ ਵਿੱਚ। ਹੁਣ ਉਸਨੇ ਵੀ ਅੱਗੇ ਦੇਖੋ ਕੀ ਕਿਹਾ। ਸੱਪ ਨੇ ਔਰਤ ਨੂੰ ਕਿਹਾ, ਨਹੀਂ, ਤੁਸੀਂ ਬਿਲਕੁਲ ਨਹੀਂ ਮਰੋਗੇ, ਤੁਸੀਂ ਬਿਲਕੁਲ ਨਹੀਂ ਮਰੋਗੇ, ਸਗੋਂ ਪਰਮੇਸ਼ਵਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਰੁੱਖ ਦਾ ਫਲ ਖਾਵੋਗੇ ਤਾਂ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਅਤੇ ਤੁਸੀਂ ਪਰਮੇਸ਼ਵਰ ਦੇ ਵਾਂਗ ਬੁਰੇ ਅਤੇ ਭਲੇ ਨੂੰ ਜਾਣਨ ਲੱਗੋਗੇ। ਬੁਰਾਈ ਤਾਂ ਉਹਨਾਂ ਦੇ ਅੰਦਰ ਹੈ ਹੀ ਨਹੀਂ। ਅਗਰ ਅਸੀਂ ਸੋਚ ਕੇ ਦੇਖੀਏ, ਸਾਨੂੰ ਜਿਸ ਵੇਲੇ ਵੀ ਅਸੀਂ ਪਾਪ ਦਾ ਮਾਪਦੰਡ ਕੱਢਦੇ ਹਾਂ ਤਾਂ ਸਾਨੂੰ ਉਸ ਪਾਪ ਦੇ ਬਾਰੇ ਪਤਾ ਹੁੰਦਾ ਹੈ, ਉਸ ਬੁਰਾਈ ਦੇ ਬਾਰੇ ਸਾਨੂੰ ਪਤਾ ਹੁੰਦਾ ਹੈ। ਉਹਨਾਂ ਨੂੰ ਤਾਂ ਕਿਸੇ ਬੁਰਾਈ ਦਾ ਪਤਾ ਹੀ ਨਹੀਂ, ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਬੁਰਾਈ ਹੁੰਦੀ ਕੀ ਹੈ, ਕਿਉਂਕਿ ਇਸ ਵੇਲੇ ਉਹ ਬਿਲਕੁਲ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਮਸਤ ਆ। ਲੇਕਿਨ ਉਹਨਾਂ ਦਾ ਦਿਲ ਹੁਣ ਉਸ ਦਰਖਤ ਦੇ ਵਿੱਚ ਅਟਕ ਗਿਆ ਆ, ਉਹਦੇ ਹੀ ਆਲੇ ਦੁਆਲੇ ਗੇੜੇ ਕੱਢਦੇ ਪਏ ਆ, ਤੇ ਉੱਥੇ ਜਾ ਕੇ
ਸਲਿਪਰੀ ਗਰਾਊਂਡ ਉੱਥੇ ਜਾ ਕੇ ਉਹਨਾਂ ਦੇ ਲਈ ਆਉਂਦੀ ਪਈ ਆ। ਤੇ ਉਸਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਖਾ ਨਹੀਂ ਸਕਦੇ? ਨਹੀਂ ਤੁਸੀਂ ਖਾ ਸਕਦੇ, ਮਰੋਗੇ ਨਹੀਂ। ਹੀ ਵਾਸ ਰਾਈਟ। ਸਰੀਰਕ ਤੌਰ ਤੇ ਨਹੀਂ ਉਹ ਮਰੇ, ਤੁਸੀਂ ਮਰੋਗੇ ਨਹੀਂ। ਜਿਸ ਦਿਨ ਤੁਸੀਂ ਇਸ ਰੁੱਖ ਦਾ ਫਲ ਖਾਵੋਗੇ ਤਾਂ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਅਤੇ ਤੁਸੀਂ ਪਰਮੇਸ਼ਰ ਦੇ ਵਾਂਗ ਬੁਰੇ ਅਤੇ ਭਲੇ ਨੂੰ ਜਾਣਨ ਲੱਗੋਗੇ। ਔਰ ਹੁਣ ਦੇਖੋ, ਕਿਉਂਕਿ ਇਹ ਜਿਹੜਾ ਪਾਪ ਹੁੰਦਾ ਨਾ, ਇਸ ਦੇ ਸਟੈਪਸ ਹੁੰਦੇ ਆ। ਇਹ ਕਦਮ ਬਾਏ ਕਦਮ ਇਨਸਾਨ ਦੀ ਜ਼ਿੰਦਗੀ ਚ ਆਉਂਦਾ ਹੈ। ਸੋਚ ਤੋਂ ਸ਼ੁਰੂ ਹੁੰਦਾ, ਫਿਰ ਪਲਾਨ, ਫਿਰ ਉਹ ਸਾਡਾ ਸਰੀਰ ਉਸ ਨੂੰ ਕਰਦਾ, ਔਰ ਫਿਰ ਉਸ ਤੋਂ ਬਾਅਦ ਨਥਿੰਗ। ਉਸ ਤੋਂ ਬਾਅਦ ਮੁਸੀਬਤ ਤੋਂ ਸਿਵਾਏ ਉਹ ਕੁਛ ਨਹੀਂ ਸਾਡੇ ਕੋਲ ਲੈ ਕੇ ਆਉਂਦਾ। ਸੋ ਹੁਣ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਉਸਨੇ ਵਰਮ ਪਾ ਦਿੱਤਾ, ਕੀੜਾ ਪਾ ਦਿੱਤਾ ਹੈ। And he's gone. He's done. He's gone. ਔਰ ਉਸਨੇ ਕਿਹਾ ਤੁਸੀਂ ਪਰਮੇਸ਼ਵਰ ਦੇ ਵਾਂਗ, ਇਹ ਜਿਹੜੀ ਉਹ ਚੀਜ਼ ਵਿੱਚ ਪਾ ਗਿਆ ਨਾ, ਇਹਨੇ ਕੰਮ ਖਰਾਬ ਕਰਤਾ। ਕਿਉਂਕਿ ਹੁਣ ਉਹ ਪਰਮੇਸ਼ਵਰ ਵਰਗੇ ਬਣਨਾ ਮੰਗਦੇ ਪਏ, ਉਹ ਪਰਮੇਸ਼ਵਰ ਦੇ ਬਰਾਬਰ ਬਣਨਾ ਮੰਗਦੇ ਪਏ। ਔਰ ਇਹੋ ਹੀ ਚੀਜ਼ ਜੋ ਬੁਰਾਈ ਦਾ ਆਤਮਾ ਸੀ, ਜੋ ਸ਼ੈਤਾਨ ਸੀਗਾ, ਇੱਕ ਫਰਿਸ਼ਤਾ ਸੀ, ਉਹ ਵੀ ਇਹੋ ਹੀ ਬਣਨਾ ਮੰਗਦਾ ਸੀ। ਉਹ ਵੀ ਪਰਮੇਸ਼ਰ ਦੇ ਵਾਂਗ ਹੀ ਬਣਨਾ ਮੰਗਦਾ ਸੀ। ਉਹਨੂੰ ਵੀ ਸਜ਼ਾ ਇਸੇ ਕਰਕੇ ਮਿਲੀ ਸੀ, ਔਰ ਉਹਨੂੰ ਧਰਤੀ ਦੇ ਉੱਤੇ ਸੁੱਟਿਆ ਗਿਆ ਸੀ। ਔਰ ਉਸਨੇ ਉਹੀ ਚੀਜ਼ ਉਹਨਾਂ ਨੂੰ ਕਹੀ ਕਿ ਤੁਸੀਂ ਪਰਮੇਸ਼ਰ ਦੇ ਵਾਂਗ ਬਣ ਜਾਓਗੇ। ਔਰ ਦੇਖ ਲਓ, ਇਹ ਹਾਲੇ ਤੱਕ ਇਨਸਾਨ ਦੇ ਵਿੱਚੋਂ ਇਹ ਚੀਜ਼ ਗਈ ਨਹੀਂ। ਹਰੇਕ ਜਿਹੜਾ ਬਾਬਾ ਆ ਉਹ ਆਪਣੇ ਆਪ ਨੂੰ ਪਰਮੇਸ਼ਰ ਕਹਿੰਦਾ ਪਿਆ। ਉਹ ਪਰਮੇਸ਼ਰ ਦੀ ਕੁਰਸੀ ਤੇ ਬੈਠਾ ਹੈ। ਇਹ ਗੱਲ ਗਈ ਨਹੀਂ ਇਨਸਾਨ ਦੇ ਵਿੱਚੋਂ। ਸੋ ਹੁਣ ਕਦਮ ਅਗਲਾ ਆ ਗਿਆ। ਹੁਣ ਜਿਹੜੀ ਸੋਚ ਸੀ ਉਹ ਕਰਮ ਦੇ ਵਿੱਚ ਬਦਲਣ ਲੱਗੀ ਆ। ਸੋ ਔਰਤ ਨੇ ਦੇਖਿਆ, ਹੁਣ ਦੇਖੋ ਅਗਲਾ ਸਟੈਪ। ਔਰਤ ਨੇ ਦੇਖਿਆ ਕਿ ਉਹ ਰੁੱਖ ਸੱਚਮੁੱਚ ਖਾਣ ਦੇ ਲਈ ਚੰਗਾ, ਦੇਖਣ ਦੇ ਵਿੱਚ ਸੁੰਦਰ ਅਤੇ ਮਨੁੱਖ ਨੂੰ ਬੁੱਧੀਮਾਨ ਬਣਾ ਸਕਦਾ ਹੈ। ਉਹਨੂੰ ਕਿੱਦਾਂ ਇਸ ਚੀਜ਼ ਦਾ ਪਤਾ? ਕਿਉਂਕਿ ਜਦੋਂ ਅਸੀਂ ਕੋਈ ਗਲਤ ਕੰਮ ਕਰਦੇ ਹਾਂ ਤਾਂ ਅਸੀਂ ਹਮੇਸ਼ਾ ਇਹ ਦੇਖਦੇ ਹਾਂ ਕਿ ਯੂ ਨੋ ਵਾਟ, ਉਹਦੇ ਵਿੱਚੋਂ ਅਸੀਂ ਫਾਇਦੇ ਲੈਣੇ। ਆਹ ਜੇ ਕਰਾਂਗੇ ਤੇ ਏਦਾਂ ਹੋ ਜੂਗੀ, ਜੇ ਆਹ ਕਰਾਂਗੇ ਤਾਂ ਏਦਾਂ ਹੋ ਜੂਗੀ। ਪਾਪ ਦੇ ਵਿੱਚ ਫਨ ਆਵੇ, ਨਹੀਂ ਤਾਂ ਕੋਈ ਕਰੇ ਹੀ ਨਾ। ਸੋ ਅਸੀਂ ਉਹ ਸਾਰੇ ਪਲਾਨ ਬਣਾਉਂਦੇ ਹਾਂ, ਸਾਰੀਆਂ ਸੋਚਾਂ ਨੂੰ ਬਣਾਉਂਦੇ ਹਾਂ, ਔਰ ਉਹੀ ਚੀਜ਼ ਇੱਥੇ ਹੁੰਦੀ ਪਈ ਆ। ਇਟਸ ਅ ਪ੍ਰੋਸੈਸ। ਸੋ ਉਸਨੇ ਕਿਹਾ ਇਹ ਦੇਖਣ ਦੇ ਵਿੱਚ ਸੁੰਦਰ ਅਤੇ ਮਨੁੱਖ ਨੂੰ ਬੁੱਧੀਮਾਨ ਬਣਾ ਸਕਦਾ ਹੈ। ਇਸ ਲਈ ਉਸਨੇ ਉਸ ਰੁੱਖ ਦਾ ਫਲ ਤੋੜ ਕੇ ਕੁਝ ਆਪ ਖਾਧਾ, ਕੁਝ ਆਪਣੇ ਪਤੀ ਨੂੰ ਦਿੱਤਾ। ਉਸਦੇ ਪਤੀ ਨੇ ਉਹ ਫਲ ਲੈ ਕੇ ਖਾ ਲਿਆ। ਸੋ ਉਹ ਬਹੁਤੀ ਦੂਰ ਨਹੀਂ ਖੜਾ, ਲਾਗੇ ਹੀ ਖੜਾ ਹੈ। ਔਰ ਪਰਮੇਸ਼ਰ ਨੇ ਹੁਕਮ ਕਿਹਨੂੰ ਦਿੱਤਾ ਸੀਗਾ? ਹਵਾ ਨੂੰ? ਨਹੀਂ, ਆਦਮ ਨੂੰ ਦਿੱਤਾ ਸੀ ਹੁਕਮ। ਆਦਮ ਨੂੰ ਸਾਰੀਆਂ ਚੀਜ਼ ਪ੍ਰਭੂ ਨੇ ਸਮਝਾਈ ਸੀ, ਜਿੱਦਾਂ ਨਵੇਂ ਨਿਯਮ ਦੇ ਵਿੱਚ ਪ੍ਰਭੂ ਨੇ ਹਰ ਇੱਕ ਚੀਜ਼ ਆਪਣੇ ਚੇਲਿਆਂ ਨੂੰ ਸਮਝਾਈ। ਕੱਲੀ ਕੱਲੀ ਚੀਜ਼ ਉਸਨੇ ਸਮਝਾਈ। ਔਰ ਸਾਨੂੰ ਅੱਗੇ ਜਾ ਕੇ ਪਤਾ ਲੱਗੇਗਾ
ਕਿ ਪ੍ਰਭੂ ਕਿਸ ਤਰ੍ਹਾਂ ਉਹਨਾਂ ਦੇ ਕੋਲ ਆਉਂਦਾ ਸੀ, ਕਿੱਦਾਂ ਸ਼ਾਮ ਦੀ ਸ਼ਾਂਤ ਦੇ ਵਿੱਚ ਬੈਠ ਕੇ ਸ਼ਾਮ ਨੂੰ ਉਹ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬਹਿੰਦੇ ਸੀ। ਸੋ ਜਿਸ ਲਈ ਹੁਣ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ, ਕਹਿੰਦਾ ਔਰਤ ਨੇ ਦੇਖਿਆ ਕਿ ਸੱਚਮੁੱਚ ਖਾਣ ਦੇ ਲਈ, ਚੰਗਾ ਦੇਖਣ ਦੇ ਵਿੱਚ ਸੁੰਦਰ ਮਨੁੱਖ ਨੂੰ ਬੁੱਧੀਮਾਨ ਬਣਾ ਸਕਦਾ ਹੈ। ਇਸ ਲਈ ਉਸਨੇ ਉਸ ਰੁੱਖ ਦਾ ਫਲ ਤੋੜ ਕੇ ਕੁਝ ਆਪ ਖਾਧਾ ਅਤੇ ਕੁਝ ਆਪਣੇ ਪਤੀ ਨੂੰ ਦਿੱਤਾ। ਉਸਦੇ ਪਤੀ ਨੇ ਉਹ ਫਲ ਲੈ ਕੇ ਖਾ ਲਿਆ ਅਤੇ ਇਹ ਕਰਨ ਤੇ ਦੋਹਾਂ ਦੀਆਂ ਅੱਖਾਂ ਖੁੱਲ ਗਈਆਂ ਅਤੇ ਉਹ ਜਾਣ ਗਏ ਕਿ ਉਹ ਨੰਗੇ। ਸਰੀਰਕ ਤੌਰ ਤੇ ਨੰਗੇ ਨਹੀਂ, ਜਿਹੜੀ ਪ੍ਰਭੂ ਨੇ ਉਹਨਾਂ ਦੇ ਉੱਤੇ ਕਵਰਿੰਗ ਪਾਈ ਹੋਈ ਸੀ, ਜੋ ਉਸ ਸਵਰਗੀ ਬਾਣੇ ਦੇ ਵਿੱਚ ਪ੍ਰਭੂ ਨੇ ਉਹਨਾਂ ਨੂੰ ਛੁਪਾਇਆ ਸੀ, that's gone, ਉਹ ਚਲਾ ਗਿਆ, ਖਤਮ ਹੋ ਗਿਆ। ਹੁਣ ਉਹ ਨੰਗੇ ਆ, ਆਤਮਿਕ ਤੌਰ ਤੇ ਵੀ ਨੰਗੇ ਆ, ਮਾਨਸਿਕ ਤੌਰ ਤੇ ਵੀ ਨੰਗੇ ਆ, ਸਰੀਰਕ ਤੌਰ ਤੇ ਵੀ ਨੰਗੇ ਆ। ਤਾਂ ਫਿਰ ਉਹਨਾਂ ਨੇ ਕੀ ਕੀਤਾ? ਨੰਗੇ ਹਨ, ਇਸ ਲਈ ਉਹਨਾਂ ਨੇ ਅੰਜੀਰ ਦੇ ਪੱਤਿਆਂ ਨੂੰ ਜੋੜ ਕੇ ਆਪਣੇ ਲਈ ਲੰਗੋਟ ਬਣਾਏ। ਔਰ ਅੰਜੀਰ ਦਾ ਜਿਹੜਾ ਰੁੱਖ, ਫਿਗ ਟਰੀ, ਮੇਰੇ ਬੈਕਯਾਰਡ ਤੇ ਫਰੰਟ ਯਾਰਡ ਤੇ ਲੱਗਾ ਹੈ, ਔਰ ਉਹਦੇ ਪੱਤਿਆਂ ਦੇ ਵਿੱਚ ਇੰਨੀ ਕੰਡ ਹੁੰਦੀ ਆ ਕਿ ਤੁਸੀਂ ਖਾਜ ਕਰਦੇ ਰਹਿ ਜਾਂਦੇ ਆ। ਸੋ ਜਿਹੜਾ ਪਹਿਲਾ ਅਕਲ ਦਾ ਕੰਮ ਇਹਨਾਂ ਨੇ ਕੀਤਾ, ਸਮਝ ਦਾ ਕੰਮ ਕੀਤਾ, ਇਹਨਾਂ ਨੇ ਦਰਖਤ ਉਹ ਚੁਣਿਆ ਜਿਹਦੇ ਪੱਤਿਆਂ ਤੇ ਕੰਡ ਹੁੰਦੀ ਹੈ। ਉਹ ਬਣਾਇਆ ਕਿ ਉਹਦੇ ਨਾਲ ਆਪਣੇ ਲੰਗੋਟ ਬਣਾਏ ਉਹਨਾਂ ਨੇ, ਔਰ ਹੁਣ ਖਾਜ ਵੀ ਕਰਦੇ ਪਏ ਆ ਤੇ ਛੁਪਣ ਦੀ ਕੋਸ਼ਿਸ਼ ਵੀ ਕਰਦੇ ਪਏ। ਸੋ ਆਓ ਅਸੀਂ ਹੁਣ 8 ਆਇਤ ਤੋਂ ਲੈ ਕੇ ਅਸੀਂ 13 ਆਇਤ ਤੱਕ ਪੜਾਂਗੇ। ਮੈਂ ਪੜ੍ਹਦਾ ਮਾਸਟਰ ਜੀ? ਹਾਂਜੀ ਮੇਰੀ ਸੰਝ ਵੇਲੇ ਉਹਨਾਂ ਦੋਹਾਂ ਆਦਮੀ ਅਤੇ ਔਰਤ ਨੇ ਪ੍ਰਭੂ ਪਰਮੇਸ਼ਰ ਦੇ ਬਾਗ ਵਿੱਚ ਚੱਲਣ ਦੀ ਆਵਾਜ਼ ਸੁਣੀ। ਤਦ ਉਹਨਾਂ ਨੇ ਆਪਣੇ ਆਪ ਨੂੰ ਬਾਗ ਦੇ ਰੁੱਖਾਂ ਵਿੱਚ ਪਰਮੇਸ਼ਰ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ। ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਆਵਾਜ਼ ਦੇ ਕੇ ਪੁੱਛਿਆ, ਤੂੰ ਕਿੱਥੇ ਹੈ? ਆਦਮੀ ਨੇ ਉੱਤਰ ਦਿੱਤਾ, ਮੈਂ ਬਾਗ ਦੇ ਵਿੱਚ ਤੇਰੇ ਚੱਲਣ ਦੀ ਆਵਾਜ਼ ਸੁਣ ਕੇ ਡਰ ਗਿਆ, ਕਿਉਂਕਿ ਮੈਂ ਨੰਗਾ ਹਾਂ, ਇਸ ਲਈ ਮੈਂ ਆਪਣੇ ਆਪ ਨੂੰ ਲੁਕਾਇਆ ਹੈ। ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਕਿਹਾ, ਤੈਨੂੰ ਕਿਸ ਨੇ ਦੱਸਿਆ ਕਿ ਤੂੰ ਨੰਗਾ ਹੈ? ਕੀ ਤੂੰ ਉਹ ਫਲ ਤੇ ਨਹੀਂ ਖਾ ਲਿਆ ਜਿਸ ਤੇ ਨਾ ਖਾਣ ਦੀ ਆਗਿਆ ਮੈਂ ਤੈਨੂੰ ਦਿੱਤੀ ਸੀ? ਆਦਮੀ ਨੇ ਪ੍ਰਭੂ ਪਰਮੇਸ਼ਰ ਨੂੰ ਉੱਤਰ ਦਿੱਤਾ, ਉਸ ਔਰਤ ਨੇ ਜਿਸ ਨੂੰ ਤੂੰ ਮੈਨੂੰ ਦਿੱਤਾ ਹੈ, ਉਸ ਰੁੱਖ ਦਾ ਫਲ ਮੈਨੂੰ ਦਿੱਤਾ ਤੇ ਮੈਂ ਖਾ ਲਿਆ। ਪ੍ਰਭੂ ਪਰਮੇਸ਼ਰ ਨੇ ਔਰਤ ਨੂੰ ਕਿਹਾ, ਤੂੰ ਇਹ ਕੀ ਕੀਤਾ ਹੈ? ਔਰਤ ਨੇ ਪ੍ਰਭੂ ਪਰਮੇਸ਼ਰ ਨੂੰ ਉੱਤਰ ਦਿੱਤਾ, ਸੱਪ ਨੇ ਮੈਨੂੰ ਕਿਹਾ ਤਾਂ ਮੈਂ ਹੀ ਖਾਧਾ। ਮੈਂ ਇਹ ਖਾਧਾ। ਸੋ ਹੁਣ ਅਗਰ ਅਸੀਂ ਵਚਨ ਦੇ ਵਿੱਚ ਦੇਖੀਏ, ਦੇਖੋ ਕਿੱਦਾਂ ਉਹੇ ਆਦਮ ਜਿਸ ਵੇਲੇ ਪ੍ਰਭੂ ਹਵਾ ਨੂੰ ਤਿਆਰ ਕਰਕੇ ਉਹਦੇ ਕੋਲ ਲੈ ਕੇ ਆਇਆ ਸੀ, ਤਾਂ ਅਸੀਂ ਉੱਥੇ ਇੱਕ ਭਵਿੱਖਬਾਣੀ ਵੀ ਦੇਖਦੇ ਪਏ ਹਾਂ, ਔਰ ਉੱਥੇ ਅਸੀਂ ਇੱਕ ਪਿਆਰ ਵੀ ਦੇਖਦੇ ਪਏ ਹਾਂ ਕਿ ਇਹ ਮੇਰੀ ਆਪਣੀ ਹੱਡੀ ਹੈ, ਮੇਰਾ ਆਪਣਾ ਮਾਸ ਹੈ, ਇਹ ਨਰ ਦੇ ਵਿੱਚੋਂ ਨਿਕਲੀ ਹੈ, ਇਹ ਨਾਰੀ ਅਖਵਾਈ। What a beautiful thing, ਕਿੰਨੀ ਪਿਆਰੀ ਚੀਜ਼ ਆ। ਔਰ ਤੁਸੀਂ ਦੇਖੋ ਉਹ ਚੀਜ਼ ਜਾਂਦੀ ਰਹੀ, ਸੋ ਜਿਸ ਵੇਲੇ ਸੰਝ ਦੇ ਵੇਲੇ ਪ੍ਰਭੂ ਆਇਆ ਬਾਗ ਦੇ ਵਿੱਚ, ਪ੍ਰਭੂ ਨੂੰ ਪਤਾ ਹੈ ਉਹਨਾਂ ਨੇ ਕੀ ਕੀਤਾ ਹੈ, ਇਹ ਨਹੀਂ ਪ੍ਰਭੂ ਨੂੰ ਪਤਾ ਨਹੀਂਗਾ। ਸੋ ਉਸਨੇ ਪੁੱਛਿਆ ਕਿ ਆਦਮ ਤੂੰ ਕਿੱਥੇ ਆ? ਤੂੰ ਕਿੱਥੇ ਆ? ਇੱਕ ਸਮਾਂ ਸੀ ਕਿ ਜਿਸਲੇ ਮੈਂ ਆਉਂਦਾ ਸੀ ਤਾਂ ਤੂੰ ਇੱਕਦਮ ਮੇਰੇ ਆਉਣ ਤੋਂ ਪਹਿਲਾਂ ਹੀ ਤਿਆਰ ਬਿਆਰ ਖੜਾ ਹੁੰਦਾ ਸੀ, ਤੁਸੀਂ ਦੋਨੋਂ ਜਾਣੇ। ਅੱਜ ਤੁਸੀਂ ਕਿੱਥੇ ਆ? ਔਰ ਹੁਣ ਇੱਕ ਐਸਾ ਸ਼ਬਦ ਆਇਆ ਜਿਸ ਦੇ ਬਾਰੇ ਅਸੀਂ ਪਹਿਲਾਂ ਨਹੀਂ ਪੜ੍ਹਿਆ,
ਔਰ ਉਹ ਹੈ ਡਰ। ਡਰ। ਜਿਸ ਵੇਲੇ ਅਸੀਂ ਪ੍ਰਭੂ ਦਾ ਪਵਿੱਤਰ ਡਰ ਨਹੀਂ ਰੱਖਦੇ ਤੇ ਫਿਰ ਦੂਸਰਾ ਡਰ ਜ਼ਿੰਦਗੀ ਦੇ ਵਿੱਚ ਆਉਂਦਾ। ਕੀ ਉਹ ਕਹਿੰਦਾ, ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਆਵਾਜ਼ ਦੇ ਕੇ ਪੁੱਛਿਆ, ਤੂੰ ਕਿੱਥੇ ਹੈ? ਆਦਮੀ ਨੇ ਉੱਤਰ ਦਿੱਤਾ, ਮੈਂ ਬਾਗ ਦੇ ਵਿੱਚ ਤੇਰੇ ਚੱਲਣ ਦੀ ਆਵਾਜ਼ ਸੁਣ ਕੇ ਡਰ ਗਿਆ, ਕਿਉਂਕਿ ਮੈਂ ਨੰਗਾ ਹਾਂ, ਇਸ ਲਈ ਮੈਂ ਆਪਣੇ ਆਪ ਨੂੰ ਲੁਕਾਇਆ। ਪ੍ਰਭੂ ਨੇ ਉਸਨੂੰ ਪੁੱਛਿਆ, ਤੈਨੂੰ ਕਿਹਨੇ ਕਹਿ ਦਿੱਤਾ ਤੂੰ ਨੰਗਾ ਹੈ? ਤੂੰ ਕਿਤੇ ਉਹ ਫਲ ਤਾਂ ਨਹੀਂ ਖਾ ਲਿਆ? और देखो उसने किद्दां, क्योंकि आदम नूं इत्थे जिहड़ी चीज इत्थे कहनी चाहिदी सी कि मैं वो फल खाता, तू मैनूं मना कीता सी, मैं वो फल खाता, ये मेरा पाप, ये मेरी गलती है। हवा नूं तोड़न तो मना करना आदम की जॉब सी, क्योंकि आदम नूं उसदियां सारियां भलाइयां और बुराइयां पता सी, प्रभु ने दसियां सी उसनूं। और उसने पूछा कि तू किते उसदा फल तां नहीं खा लिया जो जिसते खाण की मैं तेनों आज्ञा ना खाण की आज्ञा दित्ती सी? और देखो उसने की किया, आदमी ने प्रभु ने उत्तर दिता, उस औरत ने जिसनू तू मैनू दिता है उस रुख दा फल मैनू दिता और मैं खा लिया। उस औरत ने, हुण औरत बन गई, यानी कि उसने अपना जिहड़ा ब्लेम अपने तो ला के उसने हवा ते पाता कि ये तू मैनू दित्ती सी ते इन्ने मेरे तो पाप कराया। बहानेबाजी जिद्दां असीं कर लैंदे हां, उदां ओही बहानेबाजी वो कर रहा। और फिर प्रभु ने हवा नूं पुछया कि प्रभु ने, परमेश्वर ने औरत नूं कहा, ये तू की कीता है? औरत ने प्रभु नूं उत्तर दिता, सप ने मैनू कहा, मैं खाता। यानी कि वो देवता आ, वो जिहड़ा शैतान आ, वो एक एंजल आ, उन्हें मैनू कहा मैं खा लिया। आवाज नहीं आउंदी? हाँ जी, आवाज तुहाडे वाल बाकी सारियां नूं आ रही, डैड तुहाडे उधर प्रॉब्लम होनी है। सो जिस वेले असीं प्रभु दे वचन दे विच ये देखदे पए आ, तां हुण प्रभु परमेश्वर ने, क्योंकि उन्होंने अपना पाप मन्निया नहीं, इस करके हुण उन्हां दे उत्ते वो मुसीबत आई। हुण असीं इस नूं 14 तो लैके असीं 20 ताईं देखांगे, और जिस नूं मिल जाए वो इस नूं पढ़ ले। मैं पढ़ते नहीं पास्टर जी। परमेश्वर दा उन्हां नूं सजा देना। प्रभु परमेश्वर ने सप नूं कहा, क्योंकि तू इस सब दी जड़ है, तू सब घरेलू पशुआं ते जंगली जानवरां विच सब तो अधिक सरापी ठहरेगा। तू ढिड भार चलेगा ते जीवन भर मिट्टी खावेगा। मैं तेरे अते औरत विच तेरी संतान अते औरत दी संतान विच बैर पावांगा, ਉਹ तेरी सिरी फेवेगी अते तू उसकी अड्डी डंगेगा। प्रभु परमेश्वर ने औरत नूं कहा, मैं तेरे गर्भ दी पीड़ ਵਧਾਵਾਂਗਾ, तू पीड़ दे विच बच्चे जम्मेगी, पर तेरी चाह फिर भी तेरे पति वल होवेगी जो तेरे ते राज करेगा। प्रभु परमेश्वर ने आदमी नूं कहा, क्योंकि तू अपनी पत्नी दी गल मन्नी ਅਤੇ ਮੇਰੇ ਮਨਾ ਕੀਤੇ ਰੁੱਖ ਦਾ ਫਲ ਖਾਦਾ, ਤੇਰੇ ਕਾਰਨ ਧਰਤੀ ਸਰਾਪਤ ਹੋਈ ਹੈ। ਤੂੰ ਕੜੀ ਮਿਹਨਤ ਨਾਲ ਇਸ ਤੋਂ ਜੀਵਨ ਭਰ ਖਾਏਂਗਾ, ਕੰਡੇ ਤੇ ਝਾੜੀਆਂ ਇਹ ਤੇਰੇ ਲਈ ਪੈਦਾ ਕਰੇਗੀ ਅਤੇ ਤੂੰ ਖੇਤ ਦਾ ਸਾਗ ਪਤ ਖਾਏਂਗਾ। ਤੂੰ ਜੀਵਨ ਭਰ ਆਪਣੇ ਮੁੜਕੇ ਦੀ ਕਮਾਈ ਤੋਂ ਰੋਟੀ ਖਾਏਂਗਾ। ਤੂੰ ਮਿੱਟੀ ਵਿੱਚੋਂ ਕੱਢਿਆ ਗਿਆ ਹੈ, ਇਸ ਲਈ ਤੂੰ ਇਸੇ ਵਿੱਚ ਮਿਲ ਜਾਏਗਾ।
ਸੋ ਜਿਸ ਵੇਲੇ ਹੁਣ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਪਏ ਹਾਂ ਤਾਂ ਅਸੀਂ ਇੱਥੇ ਜਿਹੜਾ ਪ੍ਰਭੂ ਨੇ ਸਰਾਫ ਦਿੱਤਾ ਉਹਨਾਂ ਨੂੰ ਕਿ ਜੋ ਪ੍ਰਭੂ ਨੇ ਉਹਨਾਂ ਨੂੰ ਸਮਝਾਇਆ ਸੀ ਉਹਦੇ ਅਨੁਸਾਰ ਹੀ ਸਰਾਫ ਆਇਆ। ਆਦਮ ਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਸੀ, ਇੱਕ ਨੂੰ ਛੱਡ ਕੇ। ਪ੍ਰਭੂ ਨੇ ਸਾਰੀਆਂ ਚੀਜ਼ਾਂ ਉਸਨੂੰ ਦੱਸੀਆਂ ਸੀ ਕਿ ਇਸ ਦੇ ਅਵਗੁਣ ਕੀ ਆ, ਇਹ ਤੈਨੂੰ ਕਿੱਦਾਂ ਤੈਨੂੰ ਨੁਕਸਾਨ ਦੇਗਾ, ਉਸਨੂੰ ਪਤਾ ਸੀ। ਸੋ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਪਏ। ਸੋ ਸਭ ਤੋਂ ਪਹਿਲਾ ਜਿਹੜਾ ਸਰਾਫ ਉਹ ਸ਼ੈਤਾਨ ਨੂੰ ਮਿਲਦਾ ਪਿਆ, ਜਿਸ ਨੇ ਆਪਣੇ ਆਪ ਨੂੰ ਉਸਨੇ ਵੀ ਇਹ ਜਾਣ ਬੁੱਝ ਕੇ ਕੀਤਾ, ਕਿਉਂਕਿ ਅਗਰ ਕਿਸੇ ਨੂੰ ਅਸੀਂ ਦੁੱਖ ਦੇਣਾ ਮੰਗਦੇ ਹਾਂ ਤੇ ਉਸਦੀ ਔਲਾਦ ਨੂੰ ਤੰਗ ਕਰੋ, ਉਹਦੇ ਤੋਂ ਦੁੱਖ ਮਿਲੇਗਾ। ਔਰ ਉਹ ਪ੍ਰਭੂ ਨੂੰ ਦੁੱਖ ਦੇਣਾ ਚਾਹੁੰਦਾ ਸੀ। ਕਿਉਂ? ਕਿਉਂਕਿ ਅਸੀਂ ਕੱਲ ਨੂੰ ਉਹ ਚੀਜ਼ ਦੇਖਾਂਗੇ, ਲੇਕਿਨ ਕਿਉਂਕਿ ਅੱਜ ਅਸੀਂ ਇੱਥੇ ਫੋਕਸ ਕਰਨਾ ਮੰਗਦੇ ਪਏ ਹਾਂ, ਉਹ ਪ੍ਰਭੂ ਨੂੰ ਦੁੱਖ ਦੇਣਾ ਮੰਗਦਾ ਸੀ, ਕਿਉਂਕਿ ਉਹ ਖੁਦ ਪ੍ਰਭੂ ਦੇ ਬਰਾਬਰ ਗੱਦੀ ਆਪਣੀ ਲਾਉਣੀ ਸੀ ਔਰ ਉਸਨੂੰ ਸਜ਼ਾ ਮਿਲੀ ਸੀ। ਪ੍ਰਭੂ ਨੇ ਉਸਨੂੰ ਧਰਤੀ ਦੇ ਉੱਤੇ ਸੁੱਟ ਦਿੱਤਾ ਸੀ। ਸੋ ਜਿਸ ਵੇਲੇ ਅਸੀਂ ਪ੍ਰਭੂ ਦੇ ਵਚਨ ਤੇ ਦੇਖਦੇ ਪਏ, ਸਭ ਤੋਂ ਪਹਿਲਾਂ ਜਿਹੜਾ ਈਵਨ ਜਿਸ ਜਾਨਵਰ ਨੂੰ ਉਸਨੇ ਵਰਤਿਆ, ਉਹ ਜਾਨਵਰ ਵੀ ਸਰਾਫੀ ਹੋਇਆ। ਉਸਨੇ ਸੱਪ ਨੂੰ ਵਰਤਿਆ, ਇਸ ਕਰਕੇ ਸੱਪ ਵੀ ਅੱਜ ਤੱਕ ਸਰਾਫੀ ਹੈ। ਸੋ ਉਸਨੇ ਇਹ ਕਿਹਾ, ਪ੍ਰਭੂ ਪਰਮੇਸ਼ਰ ਨੇ ਸੱਪ ਨੂੰ ਕਿਹਾ, ਕਿਉਂਕਿ ਤੂੰ ਸਭ ਦੀ ਜੜ ਹੈ, ਸਭ ਘਰੇਲੂ ਪਸ਼ੂਆਂ ਅਤੇ ਜੰਗਲੀ ਜਾਨਵਰਾਂ ਦੇ ਵਿੱਚ ਸਭ ਤੋਂ ਅਧਿਕ ਸਰਾਪੀ ਠਹਿਰੇਗਾ। ਤੂੰ ਢਿੱਡ ਦੇ ਭਾਰ ਚੱਲੇਗਾ ਅਤੇ ਜੀਵਨ ਭਰ ਮਿੱਟੀ ਖਾਵੇਂਗਾ। ਕਹਿਣ ਦਾ ਕੀ ਮਤਲਬ ਕਿ ਤੇਰੀ ਹਰ ਪਾਸਿਓਂ ਹਾਰ ਹੀ ਹੋਏਗੀ। ਤੂੰ ਹਰ ਪਾਸਿਓਂ ਹਾਰ ਦਾ ਮੂੰਹ ਦੇਖੇਗਾ। ਮਿੱਟੀ ਖਾਣ ਦਾ ਮਤਲਬ ਇਹ ਹੈ, ਇਹ ਨਹੀਂ ਕਿ ਸੱਪ ਮਿੱਟੀ ਖਾਂਦਾ। ਇਹ ਕਹਿਣ ਦਾ ਮਤਲਬ ਇਹ ਹੈ ਕਿ ਤੇਰੀ ਜ਼ਿੰਦਗੀ ਦੇ ਵਿੱਚ ਹਾਰ ਤੋਂ ਬਾਅਦ ਹਾਰ ਹੋਏਗੀ। ਤੂੰ ਕਦੇ ਜਿੱਤ ਨਹੀਂ ਪ੍ਰਾਪਤ ਕਰ ਸਕੇਗਾ। ਤੂੰ ਇਹ ਚਾਹਿਆ ਕਿ ਤੂੰ ਸੋਚਦਾ ਸੀ ਕਿ ਤੂੰ ਮੈਨੂੰ ਇਸ ਤਰੀਕੇ ਦੇ ਨਾਲ ਦੁੱਖ ਦੇ ਸਕਦਾ, ਤੂੰ ਜਿੱਤ ਸਕਦਾ ਨਹੀਂ। ਔਰ ਉਸ ਤੋਂ ਬਾਅਦ ਪ੍ਰਭੂ ਨੇ ਇੱਕ ਇਲਾਜ ਦੱਸਿਆ, ਔਰ ਉਹ ਵੀ ਉਸ ਨੂੰ ਸ਼ੈਤਾਨ ਨੂੰ ਦੱਸਦਾ ਪਿਆ ਕਿ ਕਿਸ ਤਰ੍ਹਾਂ ਤੂੰ ਇਹ ਸੋਚਦਾ ਕਿ ਤੂੰ ਇਹਨਾਂ ਨੂੰ ਉਜਾੜ ਦੇਂਗਾ, ਕਦੇ ਨਹੀਂ ਉਜਾੜ ਸਕਦਾ, ਕਿਉਂਕਿ ਇਸ ਦਾ ਇਲਾਜ ਵੀ ਮੇਰੇ ਕੋਲ ਹੈਗਾ। ਕੀ ਇਲਾਜ ਆ? ਦੇਖੋ, ਉਸਨੇ ਕਿਹਾ ਕਿ ਮੈਂ ਤੇਰੇ ਅਤੇ ਔਰਤ ਦੇ ਵਿੱਚ, ਤੇਰੀ ਸੰਤਾਨ ਅਤੇ ਔਰਤ ਦੀ ਸੰਤਾਨ ਦੇ ਵਿੱਚ ਵੈਰ ਪਾਵਾਂਗਾ। ਉਹ ਤੇਰੀ ਸਿਰੀ ਫੇਵੇਂਗਾ, ਤੂੰ ਉਸਦੀ ਅੱਡੀ ਡੰਗੇਗਾ। ਪ੍ਰਭੂ ਪਰਮੇਸ਼ਰ ਨੇ ਔਰਤ ਨੂੰ ਕਿਹਾ, ਮੈਂ ਤੇਰੇ ਗਰਭ ਦੀ ਪੀੜ ਨੂੰ ਵਧਾਵਾਂਗਾ, ਤੂੰ ਪੀੜ ਦੇ ਵਿੱਚ ਬੱਚੇ ਜੰਮੇਂਗੀ, ਪਰ ਫਿਰ ਵੀ ਤੇਰੀ ਚਾਹ ਤੇਰੇ ਪਤੀ ਵੱਲ ਹੋਏਗੀ ਜੋ ਤੇਰੇ ਤੇ ਰਾਜ ਕਰੇਗਾ। ਇਹ ਰਿਸ਼ਤਾ ਏਦਾਂ ਦਾ ਨਹੀਂ ਬਣਾਇਆ ਗਿਆ ਸੀ। ਕੋਈ ਕਿਸੇ ਤੇ ਰਾਜ ਕਰੇ, ਔਰ ਇਹ ਤਾਂ ਬਰਾਬਰੀ ਦਾ ਰਿਸ਼ਤਾ ਸੀ। ਪ੍ਰਭੂ ਨੇ ਜਿਸ ਵੇਲੇ ਹਵਾ ਨੂੰ ਬਣਾਇਆ, ਨਾ ਉਸਨੇ ਸਿਰ ਦੀ ਹੱਡੀ ਲਈ, ਨਾ ਉਸਨੇ ਪੈਰ ਦੀ ਹੱਡੀ ਲਈ, ਉਸਨੇ ਪਸੜੀ ਲਈ, ਔਰ ਉਸਨੂੰ ਪੂਰਾ ਬਰਾਬਰੀ ਦਾ ਅਧਿਕਾਰ ਦਿੱਤਾ। ਲੇਕਿਨ ਇਸ ਪਾਪ ਨੇ ਉਸਨੂੰ ਛੁੱਟ ਦਿੱਤਾ। ਹੁਣ ਤੇਰੇ ਤੇ ਰਾਜ ਕਰੇਗਾ, ਤੇਰੇ ਤੇ ਰਾਜ ਕਰੇਗਾ। ਔਰ ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਕਿਹਾ, ਕਿਉਂਕਿ ਤੂੰ ਆਪਣੀ ਪਤਨੀ ਦੀ ਗੱਲ ਮੰਨੀ, ਤੂੰ ਮੇਰੀ ਨਹੀਂ ਮੰਨੀ। That is the main thing ਇੱਥੇ ਆਉਂਦਾ। ਹੁਣ ਜਿਹੜਾ ਸਰਾਫ ਹੁਣ ਖੁੱਲ ਕੇ ਆਉਣਾ, ਹੁਣ ਆਦਮੀ ਨੂੰ ਸਰਾਫ ਮਿਲਣਾ, ਆਦਮ ਨੂੰ ਸਰਾਫ ਮਿਲਣਾ ਸ਼ੁਰੂ ਹੋਇਆ। ਤੈਨੂੰ ਮੈਂ ਜੋ ਕਿਹਾ ਸੀਗਾ, ਮੈਂ ਤੈਨੂੰ ਕਿਹਾ ਸੀਗਾ, ਮੈਂ ਇਹਨੂੰ ਨਹੀਂ ਕਿਹਾ ਸੀਗਾ, ਇਹਨੂੰ ਨਹੀਂ ਪਤਾ ਸੀ, ਤੈਨੂੰ ਪਤਾ ਸੀ, ਤੈਨੂੰ ਮੈਂ ਸਮਝਾਇਆ, ਤੈਨੂੰ ਹਰ ਇੱਕ ਚੀਜ਼ ਦਾ ਪਤਾ ਸੀ। ਔਰ ਪ੍ਰਭੂ ਨੇ ਆਦਮੀ ਨੂੰ ਕਿਹਾ, ਕਿਉਂਕਿ ਤੂੰ ਆਪਣੀ ਪਤਨੀ ਦੀ ਗੱਲ ਮੰਨੀ ਅਤੇ ਮੇਰਾ ਮਨਾ ਕੀਤੇ ਰੁੱਖ ਦਾ ਫਲ ਖਾਧਾ, ਤੇਰੇ ਕਾਰਨ ਧਰਤੀ ਸਰਾਪਤ ਹੋਈ।
यानी कि सारी जिहड़ा असीं कायनात देखते पए आ, सारी जिहड़ी धरती वो तेरे कारण सराफी हुई। किस तरह? तू कड़ी मेहनत दे नाल इस तो जीवन भर खाएगा। किस तरह? कंडे ते झाड़ियां ये तेरे लिए पैदा करेगी, तू खेत दा साग पत्त खाएगा। तुसीं देख लो, कंडे झाड़ियां मसीं किते जाके कोई फसल निकलदी है। साडे इत्थे ब्लूबेरी दा काम शुरू हो गया। सब तो पहले जिहड़ी स्प्रे की गई है ना, वो घाह मारन वाली की गई है। बैरी नूं हाले तक पत्ता भी नहीं आया, पर जिहड़ा थल्ले घाह आया, जंगली बेलां आ, उन्होंने ऑलरेडी सिर कट लिया बाहर। और एक बारी नहीं मारनियां पैणियां, जिन्नी जिन्नी देर फ्रूट तक पहुंचण तक 3-4 वारी स्प्रे उसते करनी पैनी है, ते फिर जाके वो बेरी, फिर जाके किते बैरी दे 4 दाने लभणे उतो। कंडे ते झाड़ियां तेरे लिए पैदा करेगी, तू खेत दा साग पत्त खाएगा, तू जीवन भर अपने मुड़के दी कमाई दी रोटी खाएगा। तू मिट्टी दे विचों कढिया गया है, तू मिट्टी दे विच मिल जाएगा। और इस दे विचों प्रभु ने एक रस्ता जिहड़ा दिखाया, वो असीं कल नूं देखांगे, 15वीं आयत कल नूं देखांगे। लेकिन जिसले असीं 20वीं आयत दे विच पहुंचदे हां, सो हुण असीं 20 तो लैके 24 तक अगर किसी नूं मिल जाए तो ओह इसनूं पढ़े, जिसनूं मिल गया इसनूं पढ़े। आदम ने अपनी पत्नी ਦਾ ਨਾਂ ਹਵਾ ਰੱਖਿਆ ਕਿਉਂਕਿ ਉਹ ਸਭ ਮਾਨਵ ਜਾਤੀ ਦੀ ਮਾਂ ਸੀ। ਪ੍ਰਭੂ ਪਰਮੇਸ਼ਰ ਨੇ ਆਦਮ ਅਤੇ ਉਸ ਦੀ ਪਤਨੀ ਲਈ ਚਮੜੇ ਦੇ ਕੱਪੜੇ ਬਣਾਏ ਅਤੇ ਉਹਨਾਂ ਨੂੰ ਪਵਾ ਦਿੱਤੇ। ਆਦਮ ਅਤੇ ਹਵਾ ਦਾ ਬਾਗ ਵਿੱਚੋਂ ਕੱਢੇ ਜਾਣਾ। ਪ੍ਰਭੂ ਪਰਮੇਸ਼ਰ ਨੇ ਕਿਹਾ, ਹੁਣ ਆਦਮੀ ਸਾਡੇ ਵਰਗਾ ਹੋ ਗਿਆ ਅਤੇ ਭਲੇ ਤੇ ਬੁਰੇ ਦਾ ਗਿਆਨ ਰੱਖਦਾ ਹੈ। ਹੋ ਸਕਦਾ ਹੈ ਕਿ ਉਹ ਹੱਥ ਵਧਾ ਕੇ ਜੀਵਨ ਦੇ ਰੁੱਖ ਦਾ ਫਲ ਵੀ ਤੋੜ ਕੇ ਖਾ ਲਵੇ ਅਤੇ ਹਮੇਸ਼ਾ ਤੱਕ ਜੀਵੇ। ਸੋ ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਅਦਨ ਦੇ ਬਾਗ ਵਿੱਚੋਂ ਕੱਢ ਕੇ ਉਸ ਮਿੱਟੀ ਨੂੰ ਵਾਹੁਣ ਲਈ ਘੱਲ ਦਿੱਤਾ ਜਿਸ ਵਿੱਚੋਂ ਉਹ ਕੱਢਿਆ ਗਿਆ ਸੀ। ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਬਾਹਰ ਕੱਢਣ ਦੇ ਪਿੱਛੋਂ ਬਾਗ ਦੇ ਪੂਰਬੀ ਪਾਸੇ ਦੂਤਾਂ ਦਾ ਅਤੇ ਉਸਦੇ ਚਾਰੇ ਪਾਸੇ ਨੰਗੀ ਚਮਕਦੀ ਤਲਵਾਰ ਦਾ ਪਹਿਰਾ ਲਾ ਦਿੱਤਾ ਕਿ ਉਹ ਜੀਵਨ ਦੇ ਰੁੱਖ ਦੀ ਰਾਖੀ ਕਰਨ। ਜੀਵਨ ਦੇ ਰੁੱਖ ਦੀ ਰਾਖੀ ਕਰਨ। ਬੜੀ ਜੀਵਨ ਦਾ ਰੁੱਖ, ਅਸੀਂ ਇਸ ਦੇ ਬਾਰੇ ਕੱਲ ਨੂੰ ਪੜਾਂਗੇ। ਇਸ ਚੌਥੇ ਚੈਪਟਰ ਤੇ ਜਾਣ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਕੱਲ ਨੂੰ ਦੇਖਾਂਗੇ। ਜੀਵਨ ਦਾ ਰੁੱਖ ਉੱਥੇ ਜਿਹੜਾ ਲਾਇਆ ਗਿਆ ਸੀ, ਉਸਦੇ ਬਹੁਤ ਸਾਰੇ ਪਰਪਸ ਸੀ ਔਰ ਉਸਨੇ ਕਿਸੇ ਵੀ ਪਰਪਸ ਦਾ ਫਾਇਦਾ ਨਹੀਂ ਉਠਾਇਆ। ਪਰ ਉਸ ਪਾਪ ਦੇ ਰੁੱਖ ਦਾ ਜਿਹੜਾ ਉਸਨੇ ਫਲ ਖਾਧਾ, ਉਹਦੀ ਸਜ਼ਾ ਜਿਹੜੀ ਉਸਨੂੰ ਹੁਣ ਮਿਲੀ ਆ। ਸਭ ਤੋਂ ਪਹਿਲੀ ਚੀਜ਼ ਹੁਣ ਉਸਨੇ ਸਰਾਫ ਜਿਹੜਾ ਉਸਨੂੰ ਦਿੱਤਾ ਗਿਆ, ਜਿਹੜੀ ਸਭ ਤੋਂ ਪਹਿਲੀ ਚੀਜ਼ ਉਸਨੇ ਦੇਖੀ ਆ, ਉਸਨੇ ਇੱਕ ਮਾਸੂਮ ਜਾਨਵਰ ਮਰਦਾ ਦੇਖਿਆ। ਕਦੀ ਇਸ ਤੋਂ ਪਹਿਲਾਂ ਆਦਮ ਨੇ ਮੌਤ ਨਹੀਂ ਸੀ ਦੇਖੀ। ਪਹਿਲੀ ਵਾਰੀ ਹੁਣ ਉਹ ਇੱਥੇ ਜਿਹੜਾ ਸ਼ਬਦ ਆਇਆ ਹੈਗਾ ਕਿ ਚਮੜੇ ਦੇ ਕੱਪੜੇ ਜਿਹੜੇ ਉਹਦੇ ਪਵਾਏ ਆ। ਸੋ ਪਹਿਲੀ ਵਾਰੀ ਪ੍ਰਭੂ ਨੇ ਪਛਤਾਵੇ ਦੀ ਬਲੀ ਉੱਥੇ ਦਿੱਤੀ ਆ ਆਪ ਉਹਨਾਂ ਦੇ ਲਈ। ਔਰ ਉਸ ਮਾਸੂਮ ਦੇ ਕੱਪੜੇ ਬਣਾ ਕੇ, ਚਮੜੇ ਦੇ ਕੱਪੜੇ ਬਣਾ ਕੇ ਉਹਨਾਂ ਦੇ ਪਵਾਏ। ਹੁਣ ਪਹਿਲੀ ਵਾਰੀ ਉਸਨੂੰ ਪਤਾ ਲੱਗਾ ਕਿ ਮੈਂ ਬਲੀ ਤੋਂ ਬਗੈਰ ਹੁਣ ਪ੍ਰਭੂ ਦੀ ਹਜ਼ੂਰੀ 'ਚ ਨਹੀਂ ਜਾ ਸਕਦਾ। ਹੁਣ ਕੋਈ ਚੀਜ਼ ਤੋੜ ਕੇ ਮੈਨੂੰ ਪ੍ਰਭੂ ਦੀ ਹਜ਼ੂਰੀ 'ਚ ਜਾਣਾ ਪੈਣਾ, ਨਹੀਂ ਤਾਂ ਮੈਂ ਪ੍ਰਭੂ ਦੀ ਹਜ਼ੂਰੀ 'ਚ ਜਾ ਨਹੀਂ ਸਕਦਾ। ਔਰ ਜਿਹੜੀ ਸਭ ਤੋਂ ਪਿਆਰੀ ਚੀਜ਼ ਹੈ ਇਸ ਵਚਨ ਦੀ, ਉਹ ਇਹ ਆ ਕਿ ਦੇਖੋ ਹਾਲੇ ਵੀ ਪ੍ਰਭੂ ਉਹਨਾਂ ਦੇ ਨਾਲ, ਹਾਲੇ ਵੀ ਪ੍ਰਭੂ ਉਹਨਾਂ ਦੇ ਲਾਗੇ ਆ।
ਪ੍ਰਭੂ ਦਾ ਪਿਆਰ ਦੇਖੋ, ਹਾਲੇ ਵੀ ਉੱਥੇ ਆ। ਪ੍ਰਭੂ ਨੇ ਉਹਨਾਂ ਨੂੰ ਛੱਡਿਆ ਨਹੀਂ, ਪ੍ਰਭੂ ਨੇ ਉਹਨਾਂ ਨੂੰ ਛੱਡਿਆ ਨਹੀਂ। ਜੇ ਦੂਰੀ ਪੈਦਾ ਹੋਈ ਤਾਂ ਦੂਰੀ ਉਹਨਾਂ ਨੇ ਆਪ ਪੈਦਾ ਕੀਤੀ ਹੈ, ਪਰ ਪ੍ਰਭੂ ਨੇ ਨਹੀਂ ਉਹਨਾਂ ਨੂੰ ਛੱਡਿਆ। ਔਰ ਪ੍ਰਭੂ ਨੇ ਇੱਕ ਬਹੁਤ ਵੱਡਾ ਉਹਨਾਂ ਦੇ ਉੱਤੇ ਹੁਣ ਰਹਿਮ ਕੀਤਾ ਕਿ ਹੁਣ ਕਿਤੇ ਉਹ ਜੀਵਨ ਦੇ ਰੁੱਖ ਤੋਂ ਤੋੜ ਕੇ ਖਾ ਨਾ ਲੈਣ ਔਰ ਸਦਾ ਤੱਕ ਜਿਉਂਦੇ ਨਾ ਰਹਿਣ ਧਰਤੀ ਦੇ ਉੱਤੇ। ਕੀ ਹਾਲ ਹੋਣਾ ਸੀ ਜੇ ਉਹ ਸਦਾ ਤੱਕ ਜਿਉਂਦੇ ਰਹਿੰਦੇ। ਇਸ ਕਰਕੇ ਇਹਦੇ ਵਿੱਚ ਵੀ ਪ੍ਰਭੂ ਦੀ ਦਇਆ ਹੈ ਤੇ ਉਸਨੇ ਜੀਵਨ ਦੇ ਰੁੱਖ ਦੇ ਆਲੇ ਦੁਆਲੇ ਉਸਨੇ ਪਿਆਰਾ ਲਾ ਦਿੱਤਾ, ਕਿਤੇ ਉਸ ਤੋਂ ਤੋੜ ਕੇ ਨਾ ਇਹ ਹਮ ਖਾ ਲੈਣ, ਨਹੀਂ ਤਾਂ ਇਹ ਸਦਾ ਤੱਕ ਇਸ ਪਾਪ ਦੀ ਹੋਂਦ ਦੇ ਵਿੱਚ ਜੀਣਗੇ, ਬਿਨਾਂ ਮੌਤ ਤੋਂ ਜੀਣਗੇ, ਬਿਨਾਂ ਯਾਨੀ ਕਿ ਸਰੀਰ ਦੀ ਮੌਤ ਤੋਂ। ਆਤਮਾ ਨਹੀਂ ਮਰਦਾ, ਆਤਮਾ ਪ੍ਰਭੂ ਦੇ ਕੋਲ ਜਾਂਦਾ। ਸੋ ਅਸੀਂ ਇੱਥੇ ਜਿਹੜਾ ਇੱਕ ਚੀਜ਼ ਦੇਖਦੇ ਹਾਂ ਔਰ ਉਹ ਹੈ, ਜਿਸ ਬਾਗ ਦੇ ਵਿੱਚ ਪ੍ਰਭੂ ਉਹਨਾਂ ਨੂੰ ਮਿਲਣ ਦੇ ਲਈ ਆਉਂਦਾ ਸੀ, ਜਿਸ ਬਾਗ ਦੇ ਵਿੱਚ ਪ੍ਰਭੂ ਉਹਨਾਂ ਨੂੰ ਆਪਣੀ ਹਜ਼ੂਰੀ ਦੇ ਵਿੱਚ ਬਿਠਾਉਂਦਾ ਸੀ, ਉਸ ਬਾਗ ਦਾ ਦਰਵਾਜ਼ਾ ਬੰਦ ਹੋ ਗਿਆ। ਉਸ ਅਦਨ ਦੇ ਬਾਗ ਦਾ ਦਰਵਾਜ਼ਾ ਬੰਦ ਹੋ ਗਿਆ। ਔਰ ਹੁਣ ਉਹ ਉੱਥੇ ਚਲੇ ਗਏ, ਉੱਥੇ ਜਾ ਗਏ ਜਿੱਥੇ ਹੁਣ ਕੰਡੇ ਤੇ ਝਾੜੀਆਂ ਹੈ। ਧਰਤੀ ਨੇ ਆਪਣਾ ਸਰਾਫਤ ਜਿਹੜਾ ਰੂਪ ਆ, ਸਰਾਪੀ ਰੂਪ ਜਿਹੜਾ ਆ, ਉਹ ਧਰਤੀ ਨੇ ਇਖਤਿਆਰ ਕਰ ਲਿਆ। ਧਰਤੀ ਸਰਾਫਤ ਹੋਈ ਸਾਡੇ ਕਾਰਨ, ਇਨਸਾਨ ਦੇ ਕਾਰਨ। ਔਰ ਅਸੀਂ ਹੁਣ ਕੱਲ ਨੂੰ ਦੇਖਾਂਗੇ, 2-3 ਚੀਜ਼ਾਂ ਤੀਸਰੇ ਚੈਪਟਰ ਚ ਖੋਲ ਕੇ ਦੇਖਾਂਗੇ। ਉਸ ਤੋਂ ਬਾਅਦ ਚੌਥੇ ਚੈਪਟਰ ਚ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਇਹ ਜਿਹੜਾ ਪਾਪ ਆ ਕਿਸ ਤਰ੍ਹਾਂ ਇਨਸਾਨ ਨੂੰ ਰੋਲਦਾ ਆ। ਪਰ ਪ੍ਰਭੂ ਦਾ ਸ਼ੁਕਰ, ਉਸਨੇ ਇਸ ਦਾ ਇਲਾਜ ਵੀ ਸਾਨੂੰ ਦਿੱਤਾ, ਉਸ ਉਮੀਦ ਦੇ ਲਈ ਜੋ ਉਹਨਾਂ ਨੂੰ ਦਿੱਤੀ। ਉਹ ਉਮੀਦ ਜੋ ਉਸਨੇ ਹਵਾ ਨੂੰ ਦਿੱਤੀ। ਹਵਾ ਨੇ ਤੇ ਸਿਰਫ 2 ਲਾਈਨਾਂ ਕਹੀਆਂ। ਤੁਸੀਂ ਦੇਖੋ, ਆਦਮ ਨੂੰ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਆਦਮ ਨੂੰ ਉਸਨੇ ਕਹੀਆਂ। ਹਵਾ ਨੂੰ ਤਾਂ 2 ਹੀ ਲਾਈਨਾਂ ਕਹੀਆਂ, ਪਰ ਹਵਾ ਨੂੰ ਨਾਲ ਬਰਕਤ ਵੀ ਮਿਲ ਗਈ ਕਿ ਤੇਰੀ ਸੰਤਾਨ ਇਹਦੀ ਇਸ ਪਾਪ ਤੋਂ ਛੁਟਕਾਰਾ ਜੇ ਦਵਾਏਗੀ ਤਾਂ ਤੇਰੀ ਸੰਤਾਨ ਦਵਾਏਗੀ। ਉਹ ਤੇਰੀ ਸੰਤਾਨ ਖਾਏਗੀ, ਆਦਮ ਦੀ ਸੰਤਾਨ ਨਹੀਂ ਖਾਏਗੀ। ਪ੍ਰਭੂ ਦਾ ਸ਼ੁਕਰ ਹੈ ਜਿਹੜਾ ਸਾਡੇ ਨਾਲ ਹਮੇਸ਼ਾ ਖੜਾ ਰਹਿੰਦਾ, ਜਿਹੜਾ ਆਦ ਤੋਂ ਸਾਡੇ ਨਾਲ ਖੜਾ ਔਰ ਅੱਜ ਸਾਡੇ ਨਾਲ ਖੜਾ ਔਰ ਜੋ ਸਦਾ ਸਾਡੇ ਨਾਲ ਖੜਾ ਰਹਿੰਦਾ। ਅਸੀਂ ਉਸ ਦੇ ਉੱਤੇ ਭਰੋਸਾ ਕਰ ਸਕਦੇ ਹਾਂ, ਅਸੀਂ ਆਪਣੇ ਪ੍ਰਭੂ ਦੇ ਉੱਤੇ ਯਕੀਨ ਕਰ ਸਕਦੇ ਹਾਂ, ਕਿਉਂਕਿ ਉਹ ਭਰੋਸੇਯੋਗ ਆ। ਉਹ ਭਰੋਸੇਯੋਗ ਆ। ਉਹ ਆਦਮ ਨੂੰ ਛੱਡ ਕੇ ਨਹੀਂ ਚਲਾ ਗਿਆ। ਆਦਮ ਨੂੰ ਉਸਨੇ ਧਰਤੀ ਦੇ ਉੱਤੇ ਰਹਿਣ ਦੇ ਲਈ ਵੀ ਤਰੀਕਾ ਦੱਸਿਆ। ਆਦਮ ਨੂੰ ਉਸਨੇ ਆਪਣੇ ਕੋਲ ਆਉਣ ਦੇ ਲਈ ਵੀ ਤਰੀਕਾ ਦੱਸਿਆ। ਆਦਮ ਨੂੰ ਉਸਨੇ ਸਰਾਫ ਜ਼ਰੂਰ ਦਿੱਤਾ, ਪਰ ਉਹ ਸਰਾਫ ਉਸਦਾ ਆਪਣਾ ਸੀ, ਜੋ ਉਸਨੂੰ ਪਤਾ ਸੀ ਕਿ ਇਹ ਫਲ ਖਾਣ ਦੇ ਨਾਲ ਮੇਰੇ ਨਾਲ ਕੀ ਹੋਏਗਾ। ਜੇ ਅਗਰ ਮੈਂ ਇਹ ਕੰਮ ਕੀਤਾ ਮੇਰੇ ਨਾਲ ਕੀ ਹੋਏਗਾ, ਉਸਨੂੰ ਪਤਾ ਸੀ। ਔਰ ਉਸਨੇ ਜਾਣ-ਬੁੱਝ ਕੇ ਕੀਤਾ ਔਰ ਫਿਰ ਉਸਨੇ ਆਪਣਾ ਪਾਪ ਮੰਨਿਆ ਨਹੀਂ, ਆਪਣਾ ਪਾਪ ਮੰਨਿਆ ਨਹੀਂ।
ਅੱਜ ਦਾ ਜਿਹੜਾ ਲੈਸਨ ਆ ਉਹ ਇਹੋ ਹੀ ਅਸੀਂ ਲੈ ਸਕਦਾ। ਜੋ ਅੱਜ ਦਾ ਲੈਸਨ ਮੇਰੇ ਲਈ ਆ ਉਹ ਇਹ ਆ, ਅਗਰ ਗਲਤੀ ਹਰ ਇਨਸਾਨ ਤੋਂ ਹੁੰਦੀ ਆ, ਕਦੀ ਉਸ ਦੇ ਲਈ ਕਿਸੇ ਹੋਰ ਨੂੰ ਬਲੇਮ ਨਾ ਦਿਓ। ਬੇਸ਼ੱਕ ਜੇ ਹੋਰ ਬੰਦਾ ਵੀ ਇਨਵੋਲਵ ਆ ਤਾਂ ਉਸ ਬੰਦੇ ਦੀ ਗੱਲ ਵੀ ਮੈਂ ਹੀ ਸੁਣੀ ਆ। ਮੈਂ ਕਹਿ ਸਕਦਾ ਸੀ ਕਿ ਭਾਈ ਦੱਸ ਫਾਰ ਨੋ ਫਰਦਰ ਦੈਨ ਦੈਟ, ਇੱਥੇ ਤੱਕ ਤੂੰ ਆ ਸਕਦਾ, ਇੱਥੇ ਤੱਕ ਤੇਰੀ ਬਾਉਂਡਰੀ ਆ, ਇਹ ਤੋਂ ਅੱਗੇ ਨਹੀਂ ਤੂੰ ਆ ਸਕਦਾ। ਤੇਰੇ ਲਈ ਇਹ ਚੀਜ਼ ਹੋਏਗੀ, ਤੂੰ ਕਰ ਲੈ, ਮੇਰੇ ਲਈ ਨਹੀਂ। ਮੈਂ ਇਹ ਨਹੀਂ ਕਹਿ ਸਕਦਾ ਕਿ ਬਈ ਐਸ ਬੰਦੇ ਨੇ ਕਿਹਾ ਤੇ ਮੈਂ ਕਰ ਲਿਆ, ਮੇਰਾ ਨਹੀਂ ਕਸੂਰ। ਨੋ, ਗਲਤੀ ਹੋ ਗਈ ਤਾਂ ਉਸ ਦਾ 100% ਪਾਪ ਆਪਣੇ ਉੱਤੇ ਲੈ ਕੇ ਉਸ ਨੂੰ ਮੰਨੋ ਕਿ ਮੇਰਾ ਪਾਪ, ਪ੍ਰਭੂ ਤੂੰ ਮੇਰੇ ਤੇ ਰਹਿਮ ਕਰ। ਤਾਂ ਛੁਟਕਾਰਾ ਜਿਹੜਾ ਉਹ ਪ੍ਰਭੂ ਨਾਲ ਹੀ ਪੈਦਾ ਕਰ ਦਿੰਦਾ, ਨਾਲ ਹੀ ਪੈਦਾ ਕਰ ਦਿੰਦਾ। ਆਪਣਾ ਪਾਪ ਕਦੀ ਨਾ ਕਿਸੇ ਦੇ ਉੱਤੇ ਸੁੱਟੋ, ਭਾਵੇਂ 1% ਗਲਤੀ ਆ, ਕਦੀ ਨਾ ਕਿਸੇ ਤੇ ਸੁੱਟੋ। ਆਪਣੀ ਜਿਹੜੀ ਗਲਤੀ ਆ ਉਸਨੂੰ ਫੁੱਲੀ ਓਨ ਕਰੋ ਔਰ ਪ੍ਰਭੂ ਦੀ ਹਜ਼ੂਰੀ ਚ ਜਾ ਕੇ ਉਸਨੂੰ ਮੰਨੋ, ਤਾਂ ਉਹ ਮੈਨੂੰ ਰਹਿਮ ਦਾ ਰਸਤਾ ਜ਼ਰੂਰ ਦਿਖਾ ਦੇਗਾ। ਇਹ ਉਸ ਦਾ ਵਾਦਾ। ਸੋ ਕੱਲ ਨੂੰ ਅਸੀਂ ਥੋੜੀਆਂ ਜਿਹੀਆਂ ਚੀਜ਼ਾਂ ਚਾਰਟ ਦੇ ਵਿੱਚੋਂ ਦੇਖਾਂਗੇ, ਥੋੜੀਆਂ ਜਿਹੀਆਂ ਚੀਜ਼ਾਂ ਮੈਂ ਤੁਹਾਨੂੰ ਪੁਆਇੰਟਰਸ ਦਊਂਗਾ ਕਿ ਅਸੀਂ ਇਹਦੇ ਵਿੱਚ ਕੀ ਕੀ ਦੇਖਦੇ ਪਏ ਹਾਂ। ਸੋ ਕੱਲ ਨੂੰ ਆਪਣਾ ਕਾਪੀ ਪੈਨ ਰੈਡੀ ਰੱਖਿਓ, ਕਿਉਂਕਿ ਕੱਲ ਨੂੰ ਤੁਹਾਨੂੰ ਮੈਂ ਥੋੜੇ ਜਿਹੇ ਆਊਟਲਾਈਨਸ ਵਗੈਰਾ ਦਊਂਗਾ ਔਰ ਉਹਨਾਂ ਸਾਰੀਆਂ ਚੀਜ਼ਾਂ ਤੇ ਲਿਆਉਂਗਾ। ਲੇਕਿਨ ਜਿਹੜੇ ਸਾਡੇ ਵਿੱਚ ਲੀਡਰਸ਼ਿਪ ਦੇ ਵਿੱਚ ਲੋਕ ਆ ਔਰ ਜੋ ਕਾਉਂਸਲਿੰਗ ਕਰਦੇ ਆ, ਉਹਨਾਂ ਦੇ ਲਈ ਜੋ ਅੱਜ ਦਾ ਨੁਕਤਾ ਉਹ ਇਹ ਆ ਕਿ ਜਿਸ ਵੇਲੇ ਵੀ ਤੁਸੀਂ ਕਾਉਂਸਲਿੰਗ ਕਰਦੇ ਆ, ਡੋਂਟ ਬੀਟ ਅਰਾਊਂਡ ਦ ਬੁਸ਼। ਇਧਰਲੀਆਂ ਉਧਰਲੀਆਂ ਗੱਲਾਂ ਮਤ ਮਾਰੋ, ਪਾਪ ਤੇ ਉਂਗਲੀ ਰੱਖੋ ਔਰ ਉਸ ਬੰਦੇ ਨੂੰ ਕਹੋ ਕਿ ਭਾਈ ਇਹ ਤੇਰਾ ਪਾਪ ਆ ਤੇਰਾ ਆ, ਇਸ ਨੂੰ ਓਨ ਕਰ ਔਰ ਪ੍ਰਭੂ ਦੇ ਕੋਲ ਜਾ ਔਰ ਪ੍ਰਭੂ ਤੋਂ ਛੁਟਕਾਰੇ ਦੀ ਮੰਗ ਕਰ ਔਰ ਉਦਾਏਗਾ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ। ਪਿਆਰੇ ਪ੍ਰਭੂ, ਮੈਂ ਆਪਣੇ ਸਾਰੇ ਭੈਣ ਭਰਾਵਾਂ ਦੇ ਲਈ ਇਸ ਵੇਲੇ ਦੁਆ ਕਰਦਾ, ਖੁਦਾਵੰਦ ਤੂੰ ਹਰ ਇੱਕ ਦੇ ਨਾਲ ਆਪਣੀ ਪੂਰੀ ਆਪਣੀ ਹਜ਼ੂਰੀ ਦੇ ਨਾਲ ਤੂੰ ਬਣਿਆ ਹੈ। ਮੇਰੇ ਪਿਆਰੇ ਪ੍ਰਭੂ, ਤੂੰ ਸਾਨੂੰ ਸਭ ਨੂੰ ਜਾਣਦਾ, ਤੂੰ ਮੇਰੇ ਅੰਤਕਰਨ ਨੂੰ ਜਾਣਦਾ, ਮੇਰੇ ਭੈਣਾਂ ਭਰਾਵਾਂ ਨੂੰ ਜਾਣਦਾ। ਖੁਦਾਵੰਦ ਅਸੀਂ ਤੇਰੇ ਤੇ ਭਰੋਸਾ ਕੀਤਾ, ਅਸੀਂ ਤੇਰੇ ਤੇ ਕੀ ਭਰੋਸਾ ਕੀਤਾ ਪ੍ਰਭੂ ਜੀ, ਤੂੰ ਸਾਨੂੰ ਆਪਣੇ ਕੋਲ ਲੈ ਕੇ ਆਇਆ ਕਿ ਅਸੀਂ ਤੇਰੇ ਤੇ ਭਰੋਸਾ ਕਰੀਏ। ਧਰਤੀ ਦੀਆਂ ਨੀਹਾਂ ਰੱਖਣ ਤੋਂ ਪਹਿਲਾਂ ਪ੍ਰਭੂ ਜੀ ਤੂੰ ਸਾਨੂੰ ਚੁਣਿਆ ਕਿ ਅਸੀਂ ਤੇਰੇ ਹੋਈਏ। ਇਸ ਧਰਤੀ ਤੇ ਅਸੀਂ ਬਾਕੀ ਦੇ ਲੋਕਾਂ ਦੇ ਲਈ ਬਰਕਤ ਦਾ ਕਾਰਨ ਹੋਈਏ। ਔਰ ਤੇਰਾ ਸ਼ੁਕਰ ਹੈ ਪ੍ਰਭੂ ਜੀ, ਜਦ ਅਸੀਂ ਇਸ ਧਰਤੀ ਤੋਂ ਜਾਈਏ ਤੇ ਘਰ ਦੇ ਵਿੱਚ ਪ੍ਰਭੂ ਜੀ ਤੂੰ ਸਾਡੇ ਲਈ ਜਗ੍ਹਾ ਬਣਾਈ। ਪਿਆਰੇ ਪ੍ਰਭੂ, ਸਾਡੀਆਂ ਅੱਖਾਂ ਨੂੰ, ਸਾਡੀਆਂ ਕੰਨਾਂ ਨੂੰ, ਸਾਡੀ ਸੋਚ, ਸਾਡੀ ਸਮਝ ਨੂੰ ਹਮੇਸ਼ਾ ਪ੍ਰਭੂ ਜੀ ਤੂੰ ਤਿੱਖਾ ਰੱਖਣਾ ਕਿ ਸਭ ਤੋਂ ਪਹਿਲਾਂ ਅਸੀਂ ਪਾਪ ਨੂੰ ਨਾ ਕਰ ਸਕੀਏ। ਪਰ ਅਗਰ ਪ੍ਰਭੂ ਜੀ ਭੁੱਲ ਭੁਲੇਖੇ ਕਿਸੇ ਦੇ ਕਾਰਨ ਕਰਕੇ ਅਸੀਂ ਉਸ ਰਸਤੇ ਤੇ ਚੱਲ ਵੀ ਪਈਏ ਤਾਂ ਪ੍ਰਭੂ ਜੀ ਅਸੀਂ ਆਪਣਾ ਪਾਪ ਮੰਨੀਏ, ਅਸੀਂ ਕਦੀ ਵੀ ਕਿਸੇ ਨੂੰ ਉਸ ਦਾ ਦੋਸ਼ੀ ਨਾ ਠਹਿਰਾਈਏ। ਅਸੀਂ ਆਪਣਾ ਪਾਪ ਆਪ ਮੰਨੀਏ, ਕਿਉਂਕਿ ਉਸ ਇਨਸਾਨ ਨੂੰ ਅਸੀਂ ਸੁਣਿਆ ਔਰ ਅਸੀਂ ਤੈਨੂੰ ਸੁਣਨ ਤੋਂ ਨਾ ਕੀਤੀ। ਤੂੰ ਆਪਣੀ ਪਤਨੀ ਦੀ ਗੱਲ ਨੂੰ ਮੰਨਿਆ,
ਇਸ ਕਰਕੇ ਇਹ ਧਰਤੀ ਤੇਰੇ ਕਾਰਨ ਸਰਾਫੀ ਹੋਈ। ਪਿਆਰੇ ਪ੍ਰਭੂ, ਸਭ ਚੀਜ਼ਾਂ ਦੀ ਮਾਂ ਜੋ ਇਹ ਧਰਤੀ ਹੈ, ਜਿਸ ਦੇ ਵਿੱਚੋਂ ਸਭ ਚੀਜ਼ਾਂ ਪੈਦਾ ਹੁੰਦੀਆਂ, ਜਿਸ ਦੇ ਵਿੱਚੋਂ ਪ੍ਰਭੂ ਜੀ ਆਦਮ ਪੈਦਾ ਹੋਇਆ ਸੀ, ਖੁਦਾਵੰਦ ਇਹ ਵੀ ਸਰਾਫੀ ਹੋਈ। ਪਿਆਰੇ ਪ੍ਰਭੂ, ਤੂੰ ਸਾਡੇ ਸਭ ਦੇ ਉੱਤੇ ਕਿਰਪਾ ਕਰ। ਪਿਆਰੇ ਪ੍ਰਭੂ ਯਿਸੂ, ਤੂੰ ਸਾਡੇ ਅੱਗੇ ਪਿੱਛੇ ਸੱਜੇ ਖੱਬੇ स्वर्ग तो तेरी निगाहबानी, पैरों च छोटा रास्ता, पवित्र आत्मा दी तो पूरी साडे सब दे नाल चले। बुरे और बुराई तो सानू बचा के रखना, अपनी नेड़ता दे विच सानू बना के रखना। मसीह यसू दे मिठे और प्यारे नाम दे विच मंगते हैं और सारे भैन भरा कहन आमीन। ब्लेस यू। कल नूं सेम टाइम मिलांगे। कल नूं असीं चौथे चैप्टर दे थोड़ा जिहा हिस्सा पढ़ांगे, लेकिन कल नूं तीजे चैप्टर दे विचों असीं बहुत स्पैशल चीज़ां देखण जा रहे हैं। सो कल नूं असीं तीजे चैप्टर दे विच दुबारा जावांगे और मोस्टली तीसरे चैप्टर दे विच अपना समा गुजारांगे। प्रभु तुहानूं सब नूं बरकत दे, तुहाडे सारिआं दे।